ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 391 ਅੰਕ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 391 ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਲੈ ਰਹੇ ਆਪਾਂ ਉਹ ਸੀਰੀਅਲ ਵਾਈਜ਼ 85ਵਾਂ ਸ਼ਬਦ ਲੈ ਰਹੇ ਔਰ ਜਿਹੜਾ ਟੌਪਿਕ ਹੈਗਾ, ਸਬਜੈਕਟ ਹੈਗਾ, ਲੜੀ ਹੈਗੀ ਜਿਹੜੀ, ਉਹਦਾ 34ਵਾਂ ਸ਼ਬਦ ਲੈ ਰਹੇ। ਇਹ 43 ਸ਼ਬਦਾਂ ਦੀ ਲੜੀ ਹੈਗੀ ਆ। ਇਹਦੇ ਵਿੱਚੋਂ ਆਪਾਂ ਹੁਣ 34ਵਾਂ ਸ਼ਬਦ ਲੈ ਰਹੇ ਜੀ। ਆਸਾ ਮਹੱਲਾ ਪੰਜਵਾਂ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ दुख लगे न कोय, प्रभ की प्रीत हौमे मल खोए, प्रभ की प्रीत सद निर्मल होए। इस शब्द दे विच महाराज आपां नूं ज्ञान दे रहे पंजवीं पातशाही कि भाई दो चीज़ां हैगियां, एक लिव दा रस्ता, एक धात दा रस्ता हैगा। लिव वाला रस्ता परमात्मा दे ਨਾਲ ਮਰਜ ਕਰਾ ਦਿੰਦਾ ਹੈ। ਪਰਮਾਤਮਾ ਦੇ ਵਿੱਚ ਜਿਹੜੇ ਹੈਗੇ ਆ, ਇਹ ਜਿਹੜਾ ਮਾਲਕ ਨੇ ਖੇਡ ਪਾਈ ਹੈ, ਇਹ ਖੇਡ ਜਿੱਤ ਲਈ ਦੇ। ਨਹੀਂ ਤਾਂ ਜਿਹੜਾ ਧਾਤ ਵਾਲਾ ਰਸਤਾ ਹੈ ਉਹ ਪ੍ਰਕਿਰਤੀ ਦਾ ਰਸਤਾ ਹੈਗਾ। ਉਹ ਜਿਹੜਾ ਹੈਗਾ ਆਪਾਂ ਨੂੰ ਪ੍ਰਕਿਰਤੀ ਦੇ ਵਿੱਚ ਹੀ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜੇ ਦੇ ਵਿੱਚ ਜਿਹੜਾ ਹੈਗਾ ਪਾਈ ਰੱਖਦਾ ਹੈ। ਅਤੇ ਜੇ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੈ, ਆਪਾਂ ਨੇ ਖੇਡ 'ਚੋਂ ਬਾਹਰ ਨਿਕਲਣਾ ਹੈ, ਅਤੇ ਆਪਾਂ ਨੂੰ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਪਊਗੀ। ਜੇ ਆਪਾਂ ਜਿਹੜੇ ਹੈਗੇ ਆ ਇਸ ਖੇਡ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ, ਪਦਾਰਥ ਸਵਾਦ ਜੋ ਰਸਕਸ ਜੋ ਮਾਲਕ ਪਰਮਾਤਮਾ ਨੇ ਜਿਹੜੀ ਇਹ ਖੇਡ ਪਾਈ, ਜੋ ਚੋਗਾ ਪਾਇਆ ਹੋਇਆ ਹੈ, ਇਸ ਚੋਗੇ ਦੇ ਵਿੱਚ ਹੀ ਖੁਸ਼ ਹੈਗੇ ਆ, ਅਤੇ ਮਾਇਆ ਦੇ ਨਾਲ ਚੋਗੇ ਦੇ ਨਾਲ ਪ੍ਰੀਤ ਪਾਉਣੀ ਪਊਗੀ। ਉਹ ਤਾਂ ਆਪਣੀ ਹੈ ਹੀ ਹੈ, ਪਰ ਉਹਦੇ ਵਿੱਚ ਸੁੱਖ ਨਹੀਂ ਹੈਗਾ। ਇਹ ਪਦਾਰਥਾਂ ਦੇ ਭੋਗਾਂ ਦੇ ਵਿੱਚ ਅਨੁਭੂਤੀ ਹੈਗੀ, ਸੁੱਖ ਨਹੀਂ ਹੈਗਾ, ਰੱਜ ਨਹੀਂ ਹੈਗਾ। ਉਹਦੇ ਵਿੱਚ ਜਿੰਨਾ ਮਰਜ਼ੀ ਖਾਈ ਜਾਓ, ਜਿੰਨੇ ਮਰਜ਼ੀ ਭੋਗੀ ਜਾਓ, ਪਰ ਤ੍ਰਿਪਤੀ ਨਹੀਂ ਆਏਗੀ ਭਾਈ। ਮਨ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਭੁੱਖਾ ਦਾ ਭੁੱਖਾ ਰਹੇਗਾ। ਔਰ ਐਸਾ ਜਿਹੜਾ ਹੈਗਾ ਸਾਈਕਲ ਹੈਗਾ ਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਹੈਗਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਅਤੇ ਆਪਣੇ ਜਿਹੜੇ ਜੋ ਵੀ ਆਪਾਂ ਕਰਮ ਕਰਦੇ ਹਾਂ ਉਹ ਕਰਮਾਂ ਦਾ ਜਿਹੜਾ ਹੈਗਾ ਇਹ ਸਾਈਕਲ ਜਿਹੜਾ ਹੈਗਾ ਇਹ ਚੱਲਦਾ ਰਹਿੰਦਾ ਹੈ ਭਾਈ। ਤਿੰਨ ਗੁਣ ਜਿਹੜੇ ਹੈਗੇ ਤਮੋ ਰਜੋ ਸਤੋ, ਇਹਦੇ ਵਿੱਚ ਹੀ ਜਿਹੜਾ ਹੈਗਾ ਇਹ ਪ੍ਰਕਿਰਤੀ ਦੇ ਭੋਗ ਵਿਲਾਸ ਸਾਰੇ ਪਏ ਹੋਏ। ਜੇ ਹਮੇਸ਼ਾ ਵਾਸਤੇ ਸੁੱਖ ਚਾਹੁੰਦੇ ਹਾਂ ਆਪਾਂ, ਅਤੇ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਪਊਗੀ। ਇਹ ਸਾਰੀ ਭਗਤੀ ਜਿਹੜੀ ਹੈਗੀ, ਜੋ ਵੀ ਆਪਾਂ ਧਿਆਨ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ, ਗਿਆਨ ਲੈਂਦੇ ਹਾਂ, ਇਹ ਪਰਮਾਤਮਾ ਦੇ ਨਾਲ ਪ੍ਰੀਤ ਪਾਉਣ ਦੇ ਵਾਸਤੇ ਹੈਗਾ। ਬ੍ਰਹਮ ਗਿਆਨ ਨੇ ਕੀ ਕਰਨਾ ਹੈ? ਉਹਨੇ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਪਾ ਦੇਣੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਕਹਿੰਦੇ ਹਮੇਸ਼ਾ ਵਾਸਤੇ ਸੁਖੀ ਹੋਣਾ ਹੈ ਭਾਈ, ਅਤੇ ਪਰਮਾਤਮਾ ਦੇ ਨਾਲ ਪਿਆਰ ਪਾ। ਮਾਇਆ ਦੀ ਪ੍ਰੀਤ ਝੂਠੀ ਹੈ, ਜਗਤ ਮੇਂ ਝੂਠੀ ਦੇਖੀ ਪ੍ਰੀਤ। ਪ੍ਰਭ ਕੀ ਪ੍ਰੀਤ ਦੁੱਖ ਲਗੇ ਨਾ ਕੋਏ। ਔਰ ਜਿਹੜੇ ਵੀ ਦੁੱਖ ਹੈਗੇ ਆ, ਕੋਈ ਵੀ ਦੁੱਖ ਜਿਹੜਾ ਹੈਗਾ ਉਸ ਇਨਸਾਨ ਨੂੰ ਪਾਉਂਦਾ ਨਹੀਂ ਹੈ। ਦੁੱਖ ਜਿਹੜੇ ਹੈਗੇ ਆ, ਇਹ ਦੁੱਖ ਸੁੱਖ ਜਿਹੜੇ ਹੈਗੇ ਆਪਾਂ ਨੂੰ ਇਹ ਪਾਉਂਦੇ ਹੀ ਜਿਹੜੇ ਹੈਗੇ ਆ, ਇਹ ਵਿਚਾਰਾਂ ਦੇ ਨਾਲ ਹੀ ਜਿਹੜਾ ਹੈਗਾ ਆਪਾਂ ਨੂੰ ਦੁੱਖ ਸੁੱਖ ਲੱਗਦੇ ਆ। ਔਰ ਜੇ ਆਪਾਂ ਪਰਮਾਤਮਾ ਦੇ ਨਾਲ ਪ੍ਰੀਤ ਕਰ ਲਈਏ ਅਤੇ ਵਿਚਾਰ ਜਿਹੜੇ ਹੈਗੇ ਆ ਮਾਇਕ ਪਦਾਰਥ ਦੁਨਿਆਵੀ ਜਿਹੜੇ ਹੈਗੇ ਆ, ਉਹਨਾਂ ਦੇ ਵਾਸਤੇ ਜਗ੍ਹਾ ਹੀ ਨਹੀਂ ਰਹਿੰਦੀ, ਅਤੇ ਫਿਰ ਦੁੱਖ ਕੋਈ ਲੱਗਦਾ ਹੀ ਨਹੀਂ ਹੈ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ। ਔਰ ਪਰਮਾਤਮਾ ਦੀ ਪ੍ਰੀਤ ਦੇ ਨਾਲ ਜਿਹੜੀ ਹੈਗੀ ਹਉਮੈ ਦੀ ਮੈਲ ਜਿਹੜੀ ਆਪਾਂ ਨੂੰ ਜਨਮਾਂ ਜਨਮਾਂ ਦੀ ਲੱਗੀ ਹੋਈ ਆ, ਇਹ ਵੀ ਜਿਹੜੀ ਹੈਗੀ ਉਹਦੇ ਨਾਲ ਹੀ ਹਉਮੈ ਦੀ ਮੈਲ ਜਾਂਦੀ ਆ। ਹਉਮੈ ਕੀ ਹੈਗੀ? ਹਉਮੈ ਹੈਗੀ ਆ ਬਈ ਆ ਮੇਰਾ ਸਰੀਰ, ਆ ਮੇਰਾ ਘਰ, ਆ ਮੇਰਾ ਟੱਬਰ, ਆ ਮੇਰਾ ਸਾਰਾ, ਇਹੀ ਹਉਮੈ ਹੈਗੀ ਆ ਕਿ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਇਕਾਈ ਮੰਨਿਆ ਹੋਇਆ। ਆਪਾਂ ਆਪਣੇ ਆਪ ਨੂੰ ਜਿਹੜੇ ਹੈਗੇ ਆ ਜਿਹੜੇ ਹੈਗੇ
ਅਸੀਂ ਸਮਝਦੇ ਹਾਂ ਕਿ ਅਸੀਂ ਜਿਹੜੇ ਹੈਗੇ ਮੈਂ ਕਰਤਾ ਹੈਗਾ ਆ, ਮੈਂ ਇਸ ਤਰ੍ਹਾਂ ਹੀ ਰਹਿਣਾ ਹੈ, ਮੇਰਾ ਸਰੀਰ ਇਸ ਤਰ੍ਹਾਂ ਹੀ ਹੈਗਾ, ਹਮੇਸ਼ਾ ਹੀ ਰਹੂਗਾ, ਆਹ ਸੁੱਖ ਸੁਵਿਧਾਵਾਂ, ਇਹ ਪਰਿਵਾਰ ਹਮੇਸ਼ਾ ਰਹਿਣ ਵਾਲਾ ਹੈ। ਅਤੇ ਇਹੀ ਹਉਮੈ ਹੈਗੀ ਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਰਤਾ ਹੈਗਾ, ਔਰ ਆਪਾਂ ਫਾਲਸ ਜਿਹੜੇ ਕਰਤਾ ਬਣੇ ਹੋਏ ਹਉਮੈ ਦੇ ਅਧੀਨ। ਇਸ ਕਰਕੇ ਆਪਣੇ ਇਸੇ ਹਉਮੈ ਦੇ ਕਾਰਨ ਜਿਹੜਾ ਹੈਗਾ ਇਹ ਜਨਮ ਮਰਨ ਦਾ ਗੇੜਾ ਹੈਗਾ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ, ਪਰਮਾਤਮਾ ਦੀ ਪ੍ਰੀਤ ਦੇ ਨਾਲ ਹੀ ਹਉਮੈ ਦੀ ਇਹ ਮੈਲ ਜਾਣੀ ਆ। ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ, ਔਰ ਪਰਮਾਤਮਾ ਦੀ ਪ੍ਰੀਤ ਦੇ ਨਾਲ ਹੀ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉਹ ਨਿਰਮਲ ਹੁੰਦਾ ਹੈ, ਜਿਹੜਾ ਪਰਮਾਤਮਾ ਦੇ ਨਾਲ ਪ੍ਰੀਤ ਪਾਉਂਦਾ ਹੈ। ਔਰ ਪਰਮਾਤਮਾ ਦੇ ਨਾਲ ਪ੍ਰੀਤ ਪੈਣੀ ਆ, ਇਹ ਪ੍ਰੀਤ ਪਾਉਣੀ ਆ ਗੁਰੂ ਨੇ ਪਾਉਣੀ ਆ। ਪਰਮਾਤਮਾ ਦੇ ਨਾਲ ਪ੍ਰੀਤ, ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਹੈ, ਇਹ ਬ੍ਰਹਮ ਬਾਣੀ ਨੇ ਪਾਉਣੀ ਹੈ। ਪਰਮਾਤਮਾ ਦੇ ਨਾਲ ਪ੍ਰੀਤ, ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਹੈ, ਧਿਆਨ ਸਿਮਰਨ ਨੇ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਹੈ। ਔਰ ਮੈਲ ਕਾਹਦੀ ਆਪਾਂ ਨੂੰ? ਮੈਲ ਹੈਗੀ ਵਿਚਾਰਾਂ ਦੀ ਭਾਈ। ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ, ਕਹਿੰਦੇ ਹਮੇਸ਼ਾ ਨਿਰਮਲ ਰਹਿੰਦਾ ਇਨਸਾਨ। ਇਹ ਜਦ ਤੱਕ ਜੀਵਨ ਹੈਗਾ ਤਦ ਤੱਕ ਜਿਹੜਾ ਹੈਗਾ ਉਹਨੂੰ ਮੈਲ ਨਹੀਂ ਲੱਗਦੀ, ਕਿਉਂਕਿ ਪਰਮਾਤਮਾ ਦੇ ਨਾਲ ਪ੍ਰੀਤ ਹੈਗੀ। ਮੈਲ ਲੱਗਣੀ ਆ ਮਾਇਆ ਦੇ ਨਾਲ, ਮਾਇਆ ਦੇ ਨਾਲ ਪ੍ਰੀਤ ਪਾਵਾਂਗੇ ਤੇ ਮਾਇਆ ਦੀ ਮੈਲ ਇਹ ਮਾਇਆ ਦੇ ਨਾਲ ਮੈਲ ਲੱਗਣੀ ਹੈ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਣ ਘਟ ਘਟ ਆਧਾਰ ਰਹਾਓ। ਕਹਿੰਦੇ ਹੈ ਮੇਰੇ ਮਿੱਤਰਾ, ਇਹੋ ਜਿਹਾ ਹੈਗਾ ਪਰਮਾਤਮਾ ਦਾ ਨਾਲ ਪਿਆਰ, ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ, ਇਹੋ ਜਿਹੇ ਮਾਲਕ ਦੇ ਨਾਲ ਪ੍ਰੀਤ। ਜੀ ਪ੍ਰਾਣ ਘਟ ਘਟ ਆਧਾਰ, ਉਹ ਮਾਲਕ ਪਰਮਾਤਮਾ ਜਿਹੜਾ ਹਰੇਕ ਘਟ ਘਟ ਦੇ ਵਿੱਚ ਹੈਗਾ, ਇਹ ਜਿਹੜਾ ਹੈਗਾ ਪ੍ਰੇਮ ਹੈਗਾ, ਇਹ ਜੀ ਦਾ ਤੇ ਪ੍ਰਾਣਾਂ ਦਾ ਜਿਹੜਾ ਹੈਗਾ ਆਸਰਾ ਹੈਗਾ ਭਾਈ। ਹਰੇਕ ਦਾ, ਹਰੇਕ ਘਟ ਘਟ ਦਾ ਆਹੀ ਆਸਰਾ ਹੈਗਾ, ਜੀ ਦਾ ਤੇ ਪ੍ਰਾਣਾਂ ਦਾ। ਰਹਾਓ ਪ੍ਰਭ ਕੀ ਪ੍ਰੀਤ ਪਾਏ ਸਗਲ ਨਿਧਾਨ, ਇਹ ਪਰਮਾਤਮਾ ਦੀ ਪ੍ਰੀਤ ਦੇ ਨਾਲ ਹੀ ਸਾਰੇ ਜਿਹੜੇ ਹੈਗੇ, ਸਾਰੇ ਦੇ ਸਾਰੇ ਖਜ਼ਾਨੇ ਜਿਹੜੇ ਹੈਗੇ ਪ੍ਰਾਪਤ ਹੋ ਜਾਂਦੇ ਆ। ਕਿਉਂਕਿ ਜਿਹੜਾ ਹੈਗਾ ਜਦ ਕੋਈ ਮੰਗਤਾ ਜਾਂਦਾ ਹੈ ਕਿਸੇ ਰਾਜੇ ਦੇ ਕੋਲ, ਵੀ ਮੈਨੂੰ ਆਹ ਧਨ ਦੇ ਦੇ, ਆਹ ਦੇ ਦੇ, ਆਹ ਦੇ ਦੇ, ਰਾਜਾ ਕਹਿੰਦਾ ਚੱਲ ਮੈਂ ਤੇਰੇ ਨਾਲ, ਮੈਂ ਹੀ ਚੱਲਦਾ ਹੈ। ਜਦ ਉਹ ਰਾਜਾ ਹੀ ਜਿਹੜਾ ਹੈਗਾ ਆ ਗਿਆ, ਜਦ ਉਹ ਮਾਲਕ ਪਰਮਾਤਮਾ ਹੀ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਆ ਗਿਆ, ਤੇ ਕਿਹੜਾ ਖਜ਼ਾਨਾ ਰਹਿ ਗਿਆ ਭਾਈ? ਕਿਹੜੀ ਚੀਜ਼ ਦੀ ਡਿਮਾਂਡ, ਕਿਹੜੀ ਚੀਜ਼ ਚਾਹੀਦੀ ਹੈ ਫਿਰ? ਪ੍ਰਭ ਕੀ ਪ੍ਰੀਤ ਪਾਏ ਸਗਲ ਨਿਦਾਨ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਪਰਮਾਤਮਾ ਦੀ ਪ੍ਰੀਤ ਦੇ ਨਾਲ ਹਿਰਦੇ ਦੇ ਵਿੱਚ ਜਿਹੜਾ ਹੈਗਾ ਉਹ ਨਿਰਮਲ ਨਾਮ ਜਿਹੜਾ ਹੈਗਾ ਵਸ ਜਾਂਦਾ ਹੈ ਭਾਈ। ਪ੍ਰਭ ਕੀ ਪ੍ਰੀਤ ਸਦ ਸੋਭਾਵੰਤ, ਔਰ ਜਿਹਦੀ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਂਦੀ ਆ, ਉਹ ਜਿਹੜਾ ਹਮੇਸ਼ਾ ਜਿਹੜਾ ਹੈਗਾ ਉਹਦੀ ਲੋਕ ਪਰਲੋਕ ਦੇ ਵਿੱਚ ਸੋਭਾ ਹੁੰਦੀ ਹੈ, ਧਰਤੀ 'ਤੇ ਵੀ ਤੇ ਪਰਲੋਕ ਦੇ ਵਿੱਚ ਵੀ। ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ, ਔਰ ਇਹ ਪਰਮਾਤਮਾ ਦੀ ਪ੍ਰੀਤ ਦੇ ਨਾਲ ਹੀ ਜਿਹੜਾ ਹੈਗਾ ਸਾਰੀ ਦੀ ਸਾਰੀ ਚਿੰਤਾ, ਸੋਚ, ਚੋਰਾ, ਫਿਕਰ ਜਿਹੜਾ ਹੈਗਾ ਮਿਟ ਜਾਂਦਾ ਹੈ। ਕਿਉਂਕਿ ਇਹ ਚਿੰਤਾ ਜਿਹੜੀ ਹੈਗੀ ਵਿਚਾਰਾਂ ਦੀ ਚਿੰਤਾ ਹੈਗੀ, ਔਰ ਸਹਿਜ ਦੇ ਵਿੱਚ ਅਭਿਆਸੀ ਆ ਜਾਂਦਾ ਹੈ ਪਰਮਾਤਮਾ ਦੀ ਪ੍ਰੀਤ ਦੇ ਨਾਲ, ਪਰਮਾਤਮਾ ਅੰਗ ਸੰਗ ਉਹਨੂੰ ਮਹਿਸੂਸ ਹੁੰਦਾ ਹੈ, ਤੇ ਆਟੋਮੈਟਿਕਲੀ ਜਿਹੜੀ ਹੈ ਮਾਇਆ ਦੀ ਚਿੰਤਾ ਖਤਮ ਹੋ ਜਾਣੀ। ਪ੍ਰਭ ਕੀ ਪ੍ਰੀਤ ਹੈ ਪੌਜਲ ਤਰ੍ਹਾਂ ਹੈ, ਇਸੇ ਪ੍ਰੀਤ ਦੇ ਨਾਲ ਹੀ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਤਰਿਆ ਜਾਣਾ ਹੈ ਭਾਈ। ਇਹ ਜੋ ਮਾਲਕ ਨੇ ਖੇਡ ਪਾਈ ਹੈ, ਇਹ ਖੇਡ ਇਸੇ ਪ੍ਰੀਤ ਦੇ ਨਾਲ ਹੀ ਜਿੱਤੀ ਜਾਣੀ ਹੈ। ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ, ਔਰ ਜਿਹਨੂੰ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਹੋ ਜਾਂਦੀ ਹੈ, ਜਮ ਜਿਹੜਾ ਹੈਗਾ ਉਹ ਤਾਂ ਇਹ ਮਾਇਆ ਜਿਹੜੀ ਜਮ ਜਿਹੜਾ ਹੈਗਾ ਇਹ ਤਾਂ ਉਸ ਮਾਲਕ ਪਰਮਾਤਮਾ ਦਾ ਕੀਤਾ ਹੋਇਆ ਹੈ, ਮਾਲਕ ਦੇ ਅੰਡਰ ਹੈਗਾ। ਔਰ ਜਿਹਦੇ ਅੰਦਰ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਤੇ ਜਮ ਉਹਨੂੰ ਕੀ ਕਹਿ ਸਕਦਾ ਹੈ ਭਾਈ? ਉਹ ਕਿਉਂ ਡਰੇਗਾ ਜਮ ਤੋਂ? ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ, ਪਰਮਾਤਮਾ ਦੀ ਪ੍ਰੀਤ ਜਿਹੜਾ ਕਰਦਾ ਹੈ, ਜਿਹਨੂੰ ਪਰਮਾਤਮਾ ਦੀ ਪ੍ਰੀਤ ਹੋ ਜਾਂਦੀ ਹੈ, ਜਿਹਦੇ ਅੰਦਰ ਉਹ ਜਿਹੜਾ ਹੈਗਾ, ਜਿਹੜਾ ਵੀ ਉਹਦੀ ਸੰਗਤ ਦੇ ਵਿੱਚ ਆਊਗਾ
ਉਸੇ ਦਾ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਦਾ ਅਰੇਂਜਮੈਂਟ ਕਰ ਦੇਗਾ ਭਾਈ, ਜਿਹੜਾ ਵੀ ਉਹਦੀ ਸੰਗਤ ਦੇ ਵਿੱਚ ਆਏਗਾ। ਪ੍ਰਭ ਕੀ ਪ੍ਰੀਤ ਚਲੇ ਸੰਗਾਰੇ, ਇਹੀ ਪਰਮਾਤਮਾ ਦੀ ਪ੍ਰੀਤ ਹੀ ਜਿਹੜੀ ਹੈਗੀ ਆ, ਇਹ ਹਮੇਸ਼ਾ ਅਭਿਆਸੀ ਦੇ ਨਾਲ, ਹਰ ਟਾਈਮ ਅਭਿਆਸੀ ਦੇ ਨਾਲ ਹੁੰਦੀ ਹੈ। ਕਿਉਂਕਿ ਦੁਨਿਆਵੀ ਪ੍ਰੀਤ ਜਿਹੜਾ ਹੈਗਾ, ਜਦ ਆਪਾਂ ਦੁਨਿਆਵੀ ਪ੍ਰੀਤ ਕਰਦੇ ਹਾਂ, ਦੁਨਿਆਵੀ ਪ੍ਰੀਤ ਵੀ ਜਿਹੜੀ ਹੈ ਹਮੇਸ਼ਾ ਹੀ ਇਨਸਾਨ ਦੇ ਅੰਦਰ ਜਿਹੜਾ 24 ਘੰਟੇ ਉਸੇ ਪਾਸੇ ਖਿਆਲ ਹੁੰਦਾ ਹੈ। ਅਤੇ ਇਹ ਪਰਮਾਤਮਾ ਦੀ ਪ੍ਰੀਤ ਤਾਂ ਡੈਫੀਨੇਟਲੀ ਜਿਹੜਾ ਹੈਗਾ ਉਹ ਉਹਦੇ ਹਮੇਸ਼ਾ ਹੀ ਜਿਹੜੀ ਖਿੱਚ ਬਣੀ ਰਹਿੰਦੀ ਹੈ। ਅਤੇ ਇਹ ਪ੍ਰੀਤ ਜਿਹੜੀ ਹੈਗੀ ਪਰਮਾਤਮਾ ਦੇ ਨਾਲ, ਇਹ ਕਿਵੇਂ ਜਿਹੜੀ ਹੈਗੀ ਪ੍ਰੀਤ ਬਣਦੀ ਆ ਭਾਈ, ਕਿਵੇਂ ਪ੍ਰੀਤ ਪੈਂਦੀ ਆ। ਆਪੋਂ ਕੋਈ ਮਿਲੇ ਨਾ ਭੂਲੈ, ਔਰ ਵਿਛੋੜਾ ਕਿਵੇਂ ਹੋਇਆ ਹੈ ਆਪਣਾ, ਕਿਵੇਂ ਆਏ ਹਾਂ ਆਪਾਂ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ। ਉਹ ਮਾਲਕ ਪਰਮਾਤਮਾ ਨੇ ਆਪਾਂ ਨੂੰ ਭੇਜਿਆ, ਇਹੀ ਖੇਡ ਹੈ ਮਾਲਕ ਪਰਮਾਤਮਾ ਦੀ। ਆਪੋਂ ਕੋਈ ਮਿਲੇ ਨਾ ਭੂਲੈ, ਨਾ ਕੋਈ ਆਪਣੇ ਆਪ ਜਿਹੜਾ ਹੈਗਾ ਇਹ ਪਰਮਾਤਮਾ ਨੂੰ ਮਿਲ ਸਕਦਾ ਹੈ, ਨਾ ਉਹਦੇ ਤੋਂ ਪਰੇ ਹੋ ਸਕਦਾ ਹੈ, ਭੁੱਲ ਸਕਦਾ ਹੈ। ਇਹ ਪ੍ਰੀਤ ਜਿਹੜੀ ਹੈ ਨਾ ਤਾਂ ਆਪਣੇ ਆਪ ਆਪਾਂ ਲਾ ਸਕਦੇ ਹਾਂ, ਨਾ ਹੀ ਜਿਹੜਾ ਹੈਗਾ ਟੁੱਟਦੀ ਹੈ ਭਾਈ। ਫਿਰ ਕਿਵੇਂ ਜਿਹੜੀ ਹੈ ਪ੍ਰੀਤ ਲੱਗਦੀ ਹੈ ਭਾਈ, ਕੀ ਕਰਨਾ ਪੈਂਦਾ ਹੈ ਵੀ ਇਸ ਪਰਮਾਤਮਾ ਦੇ ਨਾਲ ਪਿਆਰ ਪਾਉਣ ਦੇ ਵਾਸਤੇ। ਜਿਸ ਕਿਰਪਾਲ ਹੋ ਤਿਸ ਸਾਧ ਸੰਗ ਘੂਲੈ, ਇਹ ਪ੍ਰੀਤ ਲੱਗਣੀ ਹੈ। ਪ੍ਰੀਤ ਮਾਲਕ ਨੇ ਜਿਹੜੀ ਹੈਗੀ, ਪ੍ਰੀਤ ਲਾਉਣ ਦਾ ਅਰੇਂਜਮੈਂਟ ਮਾਲਕ ਨੇ ਕਰਨਾ ਹੈ, ਉਸ ਕਿਰਪਾਲੂ ਨੇ ਕਰਨਾ ਹੈ। ਆਪਾਂ ਨੇ ਡਿਮਾਂਡ ਕਰਨੀ ਹੈ ਸਿਰਫ। ਜਿਸ ਕਿਰਪਾਲ, ਉਹ ਮਾਲਕ ਕਿਰਪਾਲੂ। ਫਿਰ ਉਹ ਜਿਹੜਾ ਡਿਮਾਂਡ ਕਰਦਾ ਹੈ ਜੈਨੂਅਨ, ਜਿਹਦੇ ਅੰਦਰੋਂ ਖਿੱਚ ਪੁਕਾਰ ਹੁੰਦੀ ਹੈ ਮਾਲਕ ਨੂੰ ਵੀ ਮੈਂ ਮਾਲਕਾ ਤੇਰੇ ਕੋਲ ਆਉਣਾ ਚਾਹੁੰਦਾ, ਬਾਪੂ ਮੈਨੂੰ ਤੂੰ ਚਾਹੀਦਾ ਹੈ, ਮੈਨੂੰ ਆ ਨਹੀਂ ਚਾਹੀਦੇ ਸਵਾਦ, ਨਹੀਂ ਚਾਹੀਦੇ ਖਿਡੌਣੇ, ਮੈਨੂੰ ਤੂੰ ਚਾਹੀਦਾ ਹੈ। ਉਹ ਮਾਲਕ ਪਰਮਾਤਮਾ ਫਿਰ ਉਹਨੂੰ ਜਿਹੜਾ ਹੈਗਾ ਸਾਧ ਸੰਗਤ ਦੇ ਦਿੰਦਾ ਹੈ। ਤਿਸ ਸਾਧ ਸੰਗ ਘੁਲ ਹੈ, ਉਹ ਸਾਧ ਸੰਗਤ ਦੇ ਵਿੱਚ ਘੁਲ ਜਾਂਦਾ ਹੈ ਭਾਈ। ਉਹਦੇ ਅੰਦਰ ਉਹ ਜਿਹੜਾ ਹੈਗਾ ਉਹਨੂੰ ਗੁਰੂ ਦੀ ਸੰਗਤ, ਗੁਰਮਤ, ਬ੍ਰਹਮ ਗਿਆਨ, ਸ਼ਬਦ ਬ੍ਰਹਮ ਇਹ ਮਿਲ ਜਾਂਦਾ ਹੈ। ਜਿਸ ਕਿਰਪਾਲ ਤਿਸ ਸਾਧ ਸੰਗ ਘੁਲ ਹੈ, ਕਹੋ ਨਾਨਕ ਤੇਰਾ ਕੁਰਬਾਨ, ਸੰਤੋਟ ਪ੍ਰਭ ਤੇਰਾ ਤਾਣ। ਹੇ ਮੇਰੇ ਮਾਲਕਾ, ਮੈਂ ਤੇਰੇ ਤੋਂ ਕੁਰਬਾਨ ਹਾਂ। ਸੰਤਾਂ ਦੀ ਓਟ ਜਿਹੜੀ, ਭਗਤਾਂ ਦੀ ਓਟ ਕੀ ਹੈਗੀ, ਭਗਤਾਂ ਨੂੰ ਤੇਰੀ ਓਟ ਹੈਗੀ ਆ, ਔਰ ਭਗਤਾਂ ਨੂੰ ਜਿਹੜਾ ਹੈਗਾ ਤੇਰਾ ਹੀ ਤਾਣ ਆ, ਤੇਰੀ ਪ੍ਰੀਤ ਦੀ ਓਟ ਆ, ਤੇਰਾ ਹੀ ਤਾਣ ਆ ਭਗਤਾਂ ਨੂੰ। ਭਗਤਾਂ ਨੂੰ ਤੇਰਾ ਹੀ ਆਧਾਰ ਆ, ਤੇਰਾ ਹੀ ਆਸਰਾ ਹੈਗਾ। ਆਸਾ ਮਹੱਲਾ ਪੰਜਵਾਂ। ਭੂਪਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ। ਹੁਣ ਦੁਨੀਆ ਦੇ ਵਿੱਚ ਮਾਇਆ ਦੀ ਪ੍ਰੀਤ, ਮਾਇਆ ਦੇ ਨਾਲ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਰਾਜਾ ਹੋ ਸਕਦਾ ਹੈ ਭਾਈ। ਭੂਪਤ ਹੋਏ ਕੇ ਰਾਜ ਕਮਾਇਆ, ਉਹ ਰਾਜਾ ਹੋ ਕੇ ਕੀ ਕਰਦਾ ਹੈ, ਫਿਰ ਵਧਾਉਂਦਾ ਹੈ ਆਪਣਾ ਧਨ ਦੌਲਤ, ਆਪਣੀ ਟੈਰੀਟਰੀ ਜਿਹੜੇ ਦੂਜਿਆਂ ਨੂੰ ਤਸ਼ੱਦਦ ਦੇ ਕੇ ਦੂਜਿਆਂ ਨੂੰ ਜਿੱਤਦਾ ਹੈ। ਭੂਪਤ ਹੋਏ ਕੇ ਰਾਜ ਕਮਾਇਆ, ਜਾਂ ਦੁਨਿਆਵੀ ਜੋ ਜਿੰਨਾ ਵੀ ਜੋ ਦੁਨੀਆ ਦੇ ਚੋਗਾ ਹੈਗਾ, ਜੋ ਖਿਲ ਰਿਹਾ ਹੈ, ਜੋ ਦੁਨੀਆ ਦੇ ਜਿਹੜੇ ਹੈਗੇ ਆ ਰਸ ਕਸ ਹੈਗੇ, ਉਹਨਾਂ ਨੂੰ ਮਾਣਦਾ ਹੈ। ਭੂਪਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਆਜੀ ਮਾਇਆ। ਔਰ ਹੁੱਕ ਐਂਡ ਕਰੁੱਕ ਜਿਹੜੇ ਹੈਗੇ ਅਨਰਥ ਕਰਕੇ ਪਾਪਾਂ ਦੇ ਨਾਲ, ਜਿਹੜਾ ਪਹਿਲੀ ਪਾਤਸ਼ਾਹ ਕਹਿੰਦੀ ਪਾਪਾਂ ਬਾਝੋਂ ਹੋਇਆ ਨਹੀਂ, ਮੂੰਹਾਂ ਸਾਥ ਨਾ ਜਾਈ। ਅਤੇ ਅਨਰਥ ਕਰ ਕਰਕੇ ਫਿਰ ਮਾਇਆ ਇਕੱਠੀ ਕਰਦਾ ਇਨਸਾਨ। ਸੰਚਤ ਥੈਲੀ ਕੀਨੀ, ਔਰ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਕੱਠੀ ਕਰ ਲੈਂਦਾ ਇਨਸਾਨ, ਭਰ ਲੈਂਦਾ ਆਪਣੇ ਆਪ ਆਪਣਾ ਸਾਰਾ। ਸੰਚਤ ਥੈਲੀ ਕੀਨੀ ਪ੍ਰਭੇ, ਉਸ ਤੇ ਡਾਰ ਅਵਰ ਕੋ ਦੇਨੀ। ਔਰ ਖੇਡ ਕੀ ਹੈਗੀ, ਬਸ ਉਸ ਤੋਂ ਲੈ ਕੇ ਮਾਲਕ ਹੋਰ ਕਿਸੇ ਨੂੰ ਦੇ ਦਿੰਦਾ, ਹੋਰ ਕੋਈ ਬਣ ਜਾਂਦਾ ਖਸਮ ਮਾਇਆ ਦਾ। ਕਿਉਂਕਿ ਇਨਸਾਨ ਦੀ ਉਮਰ ਤਾਂ ਖਤਮ ਹੋ ਜਾਣੀ ਹੈ, ਇੱਥੋਂ ਤਾਂ ਸੂਈ ਵੀ ਨਹੀਂ ਲੈ ਕੇ ਜਾ ਸਕਦੇ ਆਪਾਂ। ਕਾਚ ਗਗਰੀਆ ਅੰਬ ਮਝਰੀਆ, ਇਸ ਤਰੀਕੇ ਦੇ ਨਾਲ ਇਹ ਕੱਚੀ ਜਿਹੜੀ ਗਾਗਰ ਹੈਗੀ ਆ, ਮਿੱਟੀ ਦੀ ਕੱਚੀ ਗਾਗਰ ਜਿਹੜੀ ਹੈਗੀ ਆ, ਪਾਣੀ ਦੇ ਵਿੱਚ ਖੁਰ ਜਾਏਗੀ। ਕਹਿੰਦੇ ਅੰਬ, ਕਹਿੰਦੇ ਪਾਣੀ ਦੇ ਵਿੱਚ ਹੈਗੀ ਆ, ਬਿਲਕੁਲ ਗੋਤੇ ਖਾ ਰਹੀ ਹੈ। ਕਾਚ ਗਗਰੀਆ ਅੰਬ ਮਝਰੀਆ, ਗਰਭੇ ਹੂੰ ਮੈਂ ਪਰੀਆ। ਬਸ ਆਪਾਂ ਜਿਹੜੇ ਹੈਗੇ ਹੰਕਾਰ ਦੇ ਵਿੱਚ, ਗਰਭ ਕਰਕੇ ਹਉਮੈ ਦੇ ਵਿੱਚ ਜਿਹੜੇ ਹੈਗੇ ਆ, ਮੈਂ ਕਰ ਕਰਕੇ ਜਿਹੜੇ ਹੈਗੇ ਆਪਾਂ ਫਾਲਸ ਜਿਹੜੀ ਹੈਗੀ ਕਰਤਾ ਬਣ ਕੇ, ਔਰ
ਮਾਇਆ ਦੇ ਵਿੱਚ ਹੀ ਜਿਹੜੇ ਹੈਗੇ, ਇਸ ਸੰਸਾਰ ਦੇ ਵਿੱਚ ਹੀ, ਪ੍ਰਕਿਰਤੀ ਦੇ ਵਿੱਚ ਹੀ ਜਿਹੜੇ ਹੈਗੇ ਗੋਤੇ ਖਾਈ ਜਾਂਦੇ, ਇੱਥੇ 'ਚ ਹੀ ਪਏ ਰਹਿੰਦੇ ਆ। ਚਾਂਸ ਮਿਲਦਾ ਹੈ, ਚਾਂਸ ਆਉਂਦਾ ਹੈ, ਟਿੰਡਾਂ ਘੁੰਮਦੀਆਂ ਆ, ਉੱਪਰ ਆਉਂਦੀਆਂ ਆ, ਚਾਂਸ ਹੈਗਾ ਉੱਪਰ ਆ ਕੇ ਟਿੰਡ ਬਾਹਰ ਹੋ ਜਾਏ ਜਿਹੜੀ ਮਾਲ ਦੇ ਵਿੱਚੋਂ, ਨਹੀਂ ਵਾਪਸ ਫਿਰ ਜਿਹੜਾ ਹੈਗਾ ਚੱਲ ਪੈਂਦੀ ਹੈ। ਆਹੀ ਜਿਹੜੀ ਹੈਗੀ ਚੱਲੀ ਜਾ ਰਿਹਾ ਸਿਸਟਮ। ਰਹਾਓ ਮਾਲਕ ਪਰਮਾਤਮਾ ਨੂੰ ਤਾਂ ਕੋਈ ਉਹ ਸਮੇਂ ਤੋਂ ਬਾਹਰ ਹੈਗਾ, ਉਹਨੂੰ ਸਮੇਂ ਨਾਮ ਦੀ ਕੋਈ ਚੀਜ਼ ਨਹੀਂ ਹੈ ਮਾਲਕ ਦੇ ਵਾਸਤੇ। ਸਮਾਂ ਹੈਗਾ ਆਪਣੇ ਕੋਲ, ਕਿਉਂਕਿ ਆਪਾਂ ਜਿਹੜੇ ਹੈਗੇ ਲਿਮਿਟੇਡ ਸਵਾਸ ਹੈ, ਲਿਮਿਟੇਡ ਟਾਈਮ ਵਾਸਤੇ ਸਰੀਰ ਹੈਗਾ। ਰਹਾਓ ਨਿਰਭਉ ਹੋਇਓ ਭਇਆ ਨਿਹੰਗਾ। ਹੁਣ ਇਸ ਤੋਂ ਉੱਪਰ ਜਿਹੜਾ ਇਨਸਾਨ ਜਿਹੜਾ ਹੈਗਾ, ਕਿਉਂ ਜਿਹੜੀ ਇਹ ਪਰਮਾਤਮਾ ਦੀ ਪ੍ਰੀਤ ਜਿਹੜੀ ਹੈਗੀ ਕਿਉਂ ਨਹੀਂ ਹੁੰਦੀ ਉਹਦੇ ਅੰਦਰ? ਕਿਉਂਕਿ ਉਹ ਚਾਹੁੰਦਾ ਹੀ ਨਹੀਂ ਹੈਗਾ। ਉਹ ਤਾਂ ਮਾਇਆ ਦੇ ਵਿੱਚ ਖੁਸ਼ ਆ, ਮਾਇਆ 'ਚ ਗਲਤਾਨ ਹੈਗਾ। ਨਿਰਭਉ ਹੋਇਆ ਮੇਨ ਪ੍ਰੋਬਲਮ ਕੀ ਹੈਗੀ ਆ? ਇਨਸਾਨ ਜਿਹੜਾ ਹੈਗਾ ਮਾਲਕ ਨੂੰ ਅੰਗ ਸੰਗ ਨਹੀਂ ਜਾਣਦਾ, ਔਰ ਮਾਲਕ ਦਾ ਭੈ ਨਹੀਂ ਹੈਗਾ। ਉਹ ਇਨਸਾਨ ਜਿਹੜਾ ਹੈਗਾ ਨਿਰਭਉ ਰਹਿੰਦਾ। ਉਹ ਕਹਿੰਦਾ ਮੈਂ ਤਾਂ ਕਦੀ ਮਰਨਾ ਹੀ ਨਹੀਂ ਹੈਗਾ। ਹਾਂ, ਮੇਰਾ ਸਰੀਰ ਇਸ ਤਰ੍ਹਾਂ ਹੀ ਰਹਿਣਾ, ਇਸ ਤਰ੍ਹਾਂ ਹੀ ਮੇਰਾ ਪਰਿਵਾਰ ਰਹੇਗਾ, ਇਸ ਤਰ੍ਹਾਂ ਹੀ ਮੇਰੀ ਟੈਰੀਟਰੀ ਰਹੇਗੀ, ਇਸ ਤਰ੍ਹਾਂ ਹੀ ਮੇਰੀ ਧਨ ਦੌਲਤ ਰਹੇਗੀ। ਉਹ ਤਾਂ ਨਿਡਰ ਹੋ ਜਾਂਦਾ ਇਨਸਾਨ। ਨਿਰਭਉ ਹੋਇਓ ਭਇਆ ਨਿਹੰਗਾ। ਨਿਹੰਗਾ ਕਿਹਨੂੰ ਕਹਿੰਦੇ? ਨਿਹੰਗ ਕਹਿੰਦੇ ਆ ਵੀ ਬਿਲਕੁਲ ਜਿਹੜਾ ਹੈਗਾ ਇੰਡੀਪੈਂਡੈਂਟ। ਬਸ ਮੈਂ ਜਿਹੜਾ ਕਰਦਾ, ਕੋਈ ਉਹਨੂੰ ਹੈ ਹੀ ਨਹੀਂ ਕਰਦਾ। ਉਹ ਕਹਿੰਦਾ ਮੈਂ ਹੀ ਹੈਗਾ ਸਾਰਾ ਕੁਛ। ਨਿਰਭਉ ਹੋਇਓ ਭਇਆ ਨਿਹੰਗਾ। ਬਸ ਆਪਣੇ ਉੱਤੇ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ ਹਉਮੈ ਦਾ ਪੂਰਾ ਭਰ ਗਿਆ। ਜੀਤ ਨਾ ਆਇਓ ਕਰਤਾ ਸੰਗਾ। ਔਰ ਅਸਲੀ ਜਿਹੜਾ ਕਰਤਾ ਹੈਗਾ ਉਹ ਨਾਲ ਹੈਗਾ। ਉਹ ਤਾਂ ਕੁਛ ਕਹਿੰਦਾ ਹੀ ਨਹੀਂ ਆ, ਉਹ ਤਾਂ ਚਿੱਤ 'ਚ ਵੀ ਨਹੀਂ ਆਉਂਦਾ। ਔਰ ਇਨਸਾਨ ਜਿਹੜਾ ਹੈਗਾ ਆਪਣੇ ਆਪ ਨੂੰ ਹੀ ਕਰਤਾ ਸਮਝਦਾ। ਲਸ਼ਕਰ ਜੋੜੇ ਕੀ ਆਸਾਂ ਬਾਹਾ। ਔਰ ਫੌਜ ਇਕੱਠੀ ਕਰ ਲੈਂਦਾ ਇਨਸਾਨ। ਹੌਲੀ ਵਧਾ ਕੇ ਪੂਰਾ ਜਿਹੜਾ ਹੈਗਾ ਸੰਬਾਹਾ ਕਹਿੰਦੇ ਆ, ਬਹੁਤ ਜ਼ਿਆਦਾ ਬਣਾ ਲੈਂਦਾ ਹੈ ਆਪਣਾ ਜਿਹੜਾ ਹੈਗਾ ਇਕੱਠ। ਨਿਕਸਿਆ ਫੂਕ ਤਾਂ ਹੋਏ ਗਏ ਉਹ ਸੁਆਹਾ। ਔਰ ਜਦ ਜਿਹੜੀ ਹੈਗੀ ਉਹਦੀ ਜਿਹੜੀ ਹੈਗੀ ਫੂਕ ਨਿਕਲ ਗਈ, ਜਦ ਜਿਹੜੀ ਹੈਗੀ ਆ ਤੇ ਸੁਆਹ ਹੋ ਜਾਂਦਾ ਇਨਸਾਨ। ਜਦ ਉਮਰ ਚਲੀ ਗਈ, ਮੌਤ ਆ ਗਈ ਤੇ ਸੁਆਹ ਹੋ ਗਿਆ। ਨਿਕਸਿਆ ਫੂਕ ਕਿਉਂ ਲਿਖਿਆ? ਨਿਕਸੀ ਫੂਕ ਕਿਉਂ ਨਹੀਂ ਲਿਖਿਆ? ਇਸਤਰੀ ਲਿੰਗ ਹੈ ਫੂਕ ਤਾਂ, ਇਸ ਕਰਕੇ ਨਿਕਸਿਆ ਲਿਖਿਆ ਭਾਈ, ਕਿਉਂਕਿ ਫੂਕ ਦਾ ਮਤਲਬ ਹੈ ਸਵਾਸ, ਸਾਹ। ਨਿਕਸਿਆ ਫੂਕ, ਸਾਹ ਚਲਾ ਗਿਆ, ਸਾਹ ਚਲੀ ਗਈ ਨਹੀਂ ਕਹਿੰਦੇ ਆਪਾਂ। ਨਿਕਸਿਆ ਨਿਕਲ ਗਿਆ ਸਾਹ ਭਾਈ, ਤਾਂ ਹੋਏ ਗਏ ਸੁਆਹ। ਇਸ ਤਰ੍ਹਾਂ ਜਿਹੜਾ ਹੈਗਾ ਸੁਆਹ ਹੋ ਜਾਂਦਾ ਇਨਸਾਨ, ਉਮਰ ਖਤਮ ਹੋ ਜਾਂਦੀ ਹੈ, ਚਾਂਸ ਚਲੇ ਜਾਂਦਾ ਹੈ। ਉੱਚੇ ਮੰਦਰ ਮਹਿਲ ਔਰ ਰਾਣੀ। ਅਮੀਰੀ ਬਹੁਤ, ਜਿਹੜੇ ਹੈਗੇ ਵੱਡੇ ਘਰ, ਮਹਿਲ ਔਰ ਸੋਹਣੀ ਇਸਤਰੀ। ਹਸਤ ਘੋੜੇ ਜੋੜੇ ਮਨ ਪਾਣੀ ਜਿਹੜੀ ਹੈਗੀ ਆ, ਹਾਥੀ ਘੋੜੇ ਜਿਹੜੇ ਹੈਗੇ, ਇਹ ਜਿਹੜੇ ਹੈਗੇ ਕਾਰਾਂ। ਮਨ ਪਾਣੀ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਮਹਿੰਗੀਆਂ ਤੋਂ ਮਹਿੰਗੀਆਂ ਜਿਹੜੀਆਂ ਹੈਗੀਆਂ, ਇਹ ਇਨਸਾਨ ਇਕੱਠੇ ਕਰ ਲੈਂਦਾ। ਵੱਡ ਪਰਿਵਾਰ ਪੂਤ ਔਰ ਧੀਆਂ। ਔਰ ਵੱਡਾ ਪਰਿਵਾਰ ਬਣ ਜਾਂਦਾ ਹੈ, ਪੁੱਤ ਤੇ ਜਿਹੜੀਆਂ ਹੈਗੀਆਂ ਮੁੰਡੇ ਕੁੜੀਆਂ। ਮੋਹ ਪਚੇ ਪਚ ਅੰਧਾ ਮੂਆ। ਫਾਈਨਲੀ ਹੁੰਦਾ ਕੀ ਆ? ਇਹ ਸਾਰਾ ਕੁਛ ਕਰਦੇ ਉਮਰ ਲੰਘ ਜਾਂਦੀ ਹੈ, ਔਰ ਸਮਾਂ ਆ ਜਾਂਦਾ ਹੈ, ਔਰ ਇਨਸਾਨ ਜਿਹੜਾ ਹੈਗਾ, ਇਨਸਾਨ ਦੇ ਸਾਹ ਨਿਕਲ ਜਾਂਦਾ ਹੈ ਭਾਈ। ਬਸ ਆਹ ਮੋਹ ਜਿਹੜਾ ਹੈਗਾ, ਮੋਹ ਦੇ ਵਿੱਚ ਹੀ, ਪਰਿਵਾਰ ਦੇ ਵਿੱਚ, ਆਪਣੀ ਪ੍ਰਾਪਰਟੀ ਦੇ ਵਿੱਚ, ਕਾਰਾਂ ਜਿਹੜੇ ਹੈਗੇ, ਜੋ ਮਹਿਲ ਮਾੜੀਆਂ ਹੈਗੀਆਂ, ਇਹਨਾਂ ਦੇ ਵਿੱਚ ਹੀ ਜਿਹੜਾ ਹੈਗਾ ਇਨਸਾਨ ਇਹਨਾਂ ਦੇ ਮੋਹ ਦੇ ਵਿੱਚ ਪਚਦਾ ਰਹਿੰਦਾ, ਔਰ ਵਿੱਚ ਹੀ ਜਿਹੜਾ ਹੈਗਾ ਪਤਾ ਵੀ ਨਹੀਂ ਲੱਗਦਾ ਕਦੋਂ ਜਿਹੜਾ ਹੈਗਾ ਟੈਂਟੈਫਿਸ ਹੋ ਜਾਂਦਾ। ਇਸ ਤਰ੍ਹਾਂ ਹਨੇਰੇ ਦੇ ਵਿੱਚ ਹੀ ਆਪਾਂ ਜਿਹੜੇ ਹੈਗੇ ਜੀਵਨ ਆਪਣਾ ਗੁਜ਼ਰ ਜਾਂਦਾ ਹੈ। ਔਰ ਨੈਕਸਟ ਜਿਹੜਾ ਹੈਗਾ ਫਿਰ ਜੂਨਾ ਸ਼ੁਰੂ ਹੋ ਜਾਂਦੀਆਂ, ਲੇਖਾ ਸ਼ੁਰੂ ਹੋ ਜਾਂਦਾ ਹੈ। ਆਹੀ ਖੇਡਿਆ ਮਾਲਕ ਪਰਮਾਤਮਾ ਦੀ। ਜਿਹਨੇ ਉਹ ਪਾਹਾ ਤੇਨੇ ਬਿਨਾਹਾ। ਕਹਿੰਦੇ ਜਿਸ ਨੇ ਪੈਦਾ ਕੀਤਾ ਸੀ ਉਹਨੇ ਜਿਹੜਾ ਹੈਗਾ, ਜਿਹਨੇ ਜੀਵਨ ਦਿੱਤਾ ਹੈ ਉਹਨੇ ਜਨਮ ਤੇ ਮਰਨ ਉਹਨੇ ਹੀ ਰੱਖਿਆ ਹੋਇਆ ਭਾਈ। ਉਹਨੇ ਉਹਦੇ ਹੁਕਮ ਦੇ ਵਿੱਚ ਮੌਤ ਆ ਗਈ ਹੈ।
ਜਿਹਨੇ ਉਪਾਹਾ, ਜਿਹਨੇ ਪੈਦਾ ਕੀਤਾ ਸੀ, ਉਸੇ ਨੇ ਬਿਨਾਹਾ, ਉਸੇ ਨੇ ਵਿਨਾਸ਼ ਕਰਤਾ। ਉਹਦੀ ਖੇਡ ਹੈਗੀ ਆ। ਫਿਰ ਕੀ ਹੋਇਆ ਕਿ ਆਪਾਂ ਨੇ ਖੱਟੀ ਕੀ ਕੀਤੀ ਆ? ਜਨਮ ਲਿਆ, ਸਾਰਾ ਐਡੀ ਟੈਟਰੀ ਬਣਾਈ, ਇੰਨੇ ਮਹਿਲ ਮਾੜੀਆਂ, ਰਾਣੀਆਂ, ਔਰ ਰਾਣੀ ਜਿਹੜੀ ਹੈਗੀ, ਘਰ ਵਾਲੇ, ਬੱਚੇ, ਸਾਰਾ ਕੁਛ। ਫਾਈਨਲੀ ਡੇਰਾ ਛੱਡ ਕੇ ਤੇ ਤੁਰ ਗਿਆ। ਕਹਿੰਦੇ ਇਹ ਤਾਂ ਸੁਪਨਾ ਹੀ ਹੋਇਆ ਭਾਈ, ਹੱਥ ਤਾਂ ਕੁਛ ਵੀ ਨਹੀਂ ਆਇਆ। ਸਾਰੀ ਰਾਤ ਜਿਹੜਾ ਹੈਗਾ ਸੁਪਨਾ ਦੇਖ ਰਿਹਾ, ਸਾਰੀ ਰਾਤ ਜਿਹੜੇ ਹੈਗੇ ਟੋਕਰੀ ਲੱਡੂਆਂ ਦੀ ਖਾ ਲਈ, ਤੇ ਸਵੇਰੇ ਦੇਖਦਾ ਹੈ ਕਿ ਵੀ ਪੇਟ ਤਾਂ ਖਾਲੀ ਹੈ। ਜਿਨੇ ਉਪਾਹਾ ਤਿਨੇ ਬਿਨਾਹਾ, ਰੰਗ ਰਸਾ ਜੈਸੇ ਸੁਪਨਾਹਾ, ਸੋਈ ਮੁਕਤਾ ਤਿਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ। ਕਹਿੰਦੇ ਉਹੀ ਮੁਕਤਾ ਹੈ ਭਾਈ ਇਸ ਸੰਸਾਰ ਸਮੁੰਦਰ ਤੋਂ, ਇਸ ਖੇਡ ਚੋਂ। ਉਹਦੇ ਕੋਲ ਹੀ ਅਸਲੀ ਰਾਜ ਹੈਗਾ ਭਾਈ। ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਉਹਦੇ ਕੋਲ ਹੀ ਅਸਲੀ ਧਨ ਹੈਗਾ, ਅਸਲੀ ਮਾਲ ਹੈਗਾ, ਨਾਮ ਦਾ, ਨਾਮ ਧਨ। ਸੋਈ ਮੁਕਤਾ ਤਿਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ। ਜਿਹਦੇ ਉੱਤੇ ਉਹ ਮਾਲਕ ਪਰਮਾਤਮਾ ਖਸਮ ਜਿਹੜਾ ਹੈਗਾ ਦਿਆਲ ਹੁੰਦਾ ਹੈ। ਆਸਾ ਮਹਲਾ ਪੰਜਵਾਂ। ਇਨਹਿ ਸੋ ਪ੍ਰੀਤ ਕਰੀ ਕਨੇਰੀ। ਆ ਪੈਰ ਦੇ ਵਿੱਚ ਮਾੜਾ ਜਿਹਾ ਜਿਹੜਾ ਹੈਗਾ ਸੁੰਡਾ ਜਿਹਾ ਹੈਗਾ ਨੰਨੇ ਦੇ, ਹਾ ਬੋਲੂਗਾ ਅੱਧਾ। ਇਨਹਿ ਸੋ ਪ੍ਰੀਤ ਕਰੀ ਕਨੇਰੀ। ਇਹ ਮਾਇਆ ਦੇ ਨਾਲ ਜਿਹੜਾ ਵੀ ਕਨੇਰੀ ਪ੍ਰੀਤ ਕਰਦਾ ਹੈ, ਜਿਨ੍ਹਾਂ ਦੀ ਵੀ ਪ੍ਰੀਤ ਮਾਇਆ ਦੇ ਨਾਲ ਹੁੰਦੀ ਹੈ। ਇਨਹਿ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ। ਔਰ ਮਾਇਆ ਦੇ ਨਾਲ ਜਿੰਨਾ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਮਾਇਆ ਨੂੰ ਭੋਗਦਾ ਹੈ, ਰਸਾ ਕਸਾ ਨੂੰ ਭੋਗਦਾ ਹੈ, ਓਨੀ ਜਿਹੜੀ ਹੈਗੀ ਹੈ ਮਾਇਆ ਦੀ ਪ੍ਰੀਤ ਵੱਧਦੀ ਹੈ। ਇਨਹਿ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ। ਜਿੰਨੀ ਮਾਇਆ ਮਿਲੂਗੀ, ਜਿੰਨੇ ਜਿਹੜੇ ਹੈਗੇ ਪਦਾਰਥ ਹੋਣਗੇ, ਜਿੰਨੇ ਦੁਨੀਆ ਦੀ ਚੀਜ਼ਾਂ, ਦੁਨੀਆ ਦੇ ਚੀਜ਼ਾਂ ਦੇ ਨਾਲ ਇਨਸਾਨ ਜੁੜਦਾ ਹੈ, ਓਨਾ ਜਿਹੜਾ ਹੈਗਾ ਉਹਦੀ ਖਿੱਚ ਜਿਹੜੀ ਹੈਗੀ ਉਹਦੇ ਵਿੱਚ ਵੱਧ ਜਾਂਦੀ ਹੈ। ਇਨਹਿ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ। ਗਲੇ ਚਮੜੀ ਜੋ ਛੋੜੇ ਨਾਹੀਂ। ਇਸ ਤਰੀਕੇ ਦੇ ਨਾਲ ਮਾਇਆ ਜਿਹੜੀ ਹੈਗੀ ਆ, ਇਹ ਜਿਹਦੇ ਵੀ ਗਲ ਦੇ ਵਿੱਚ ਚਿੰਬੜ ਜਾਂਦੀ ਹੈ ਭਾਈ ਇੱਕ ਵਾਰੀ, ਤੇ ਉਹ ਹੋਰ ਪੱਕੀ ਦੀ ਪੱਕੀ ਹੋ ਜਾਂਦੀ ਆ। ਉਹਦੀ ਜਿਹੜੀ ਹੈਗੀ ਆ ਉਹਦੀ ਜੱਫੀ ਛੱਡਦੀ ਨਹੀਂ ਆ ਮਾਇਆ, ਕਿਉਂਕਿ ਇਹਦਾ ਚੋਗਾ ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਜੀਭ ਦੇ ਨਾਲ, ਇੰਦਰੀ ਦੇ ਨਾਲ, ਸਾਰਾ ਦੇ ਸਾਰੇ ਇਹ ਗਿਆਨ ਇੰਦਰੀਆਂ ਦੇ ਨਾਲ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਦੇ ਨਾਲ ਇਨਸਾਨ ਮਾਇਆ ਨੂੰ ਜਿਹੜਾ ਹੈਗਾ ਸਰੀਰ ਦੇ ਰਸਾਂ ਨੂੰ ਭੋਗਦਾ ਹੈ। ਇਨਹਿ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ। ਗਲੇ ਚਮੜੀ ਜੋ ਛੋੜੇ ਨਾਹੀਂ, ਲਾਗ ਛੁਟੋ ਸਤਿਗੁਰ ਕੀ ਪਾਈ। ਕਹਿੰਦੇ ਛੁੱਟਣਾ ਹੈ, ਕਿਸ ਤਰ੍ਹਾਂ ਛੁੱਟ ਸਕਦਾ ਹੈ ਭਾਈ? ਕੋਈ ਰਸਤਾ ਹੈਗਾ ਛੁੱਟਣ ਦਾ, ਸਤਿਗੁਰੂ ਦੀ ਪੈਰੀ ਪੈਣ ਦਾ, ਸਤਿਗੁਰੂ ਦੀ ਸਾਧ ਸੰਗਤ ਦੇ ਨਾਲ ਛੁੱਟ ਸਕਦਾ ਇਨਸਾਨ। ਬ੍ਰਹਮ ਗਿਆਨ ਦੇ ਨਾਲ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਨਾਲ, ਸ਼ਬਦ ਬ੍ਰਹਮ ਦੇ ਨਾਲ ਛੁੱਟ ਸਕਦਾ। ਹੋਰ ਕੋਈ ਤਰੀਕਾ ਨਹੀਂ ਹੈਗਾ ਛੁੱਟਣ ਦਾ। ਜਗ ਮੋਹਨੀ ਹਮ ਤਿਆਗ ਗਵਾਈ। ਕਿਉਂਕਿ ਸਤਿਗੁਰੂ ਨੇ ਕੀ ਕਰਨਾ ਹੈ? ਸਤਿਗੁਰੂ ਨੇ ਭਾਈ, ਸਤਿਗੁਰੂ ਨੇ ਗਿਆਨ ਦੇਣਾ ਹੈ, ਗਿਆਨ ਦਾ ਦੀਪਕ ਬਾਲਣਾ ਹੈ। ਸਤਿਗੁਰੂ ਦੇ ਗਿਆਨ ਦੇ ਨਾਲ ਪਤਾ ਲੱਗਣਾ ਹੈ ਭਾਈ ਰਸਤਾ ਤਾਂ ਆਹ ਸੀਗਾ, ਮੈਂ ਤਾਂ ਇੱਥੇ ਐਵੇਂ ਹੀ ਟੱਕਰਾਂ ਮਾਰ ਰਿਹਾ ਸੀਗਾ। ਔਰ ਸਤਿਗੁਰੂ ਨੇ ਜਿਹੜਾ ਹੈਗਾ ਗਿਆਨ ਦੇਣਾ, ਔਰ ਸਤਿਗੁਰੂ ਨੇ ਪਰਮਾਤਮਾ ਦੇ ਨਾਲ ਪ੍ਰੀਤ ਪਾ ਦੇਣੀ ਆ। ਪਰਮਾਤਮਾ ਦੇ ਨਾਲ ਪ੍ਰੀਤ ਪੈ ਗਈ ਤੇ ਮਾਇਆ ਦੀ ਪ੍ਰੀਤ ਆਟੋਮੈਟਿਕਲੀ ਛੁੱਟ ਜਾਣੀ ਆ ਭਾਈ। ਮਨ ਇੱਕ ਹੈਗਾ, ਚਾਹੇ ਜਿੱਧਰ ਨੂੰ ਮਰਜ਼ੀ ਪ੍ਰੀਤ ਪਾ ਲੇ। ਮਾਇਆ ਵੱਲ ਨੂੰ ਪਾਊਗਾ, ਪਦਾਰਥਾਂ ਦੇ ਨਾਲ ਪਾਊਗਾ, ਤੇ ਰੱਬ ਵਾਲੀ ਪ੍ਰੀਤ ਨਹੀਂ ਹੋਏਗੀ। ਰੱਬ ਵੱਲ ਨੂੰ ਪਾ ਲੂਗਾ, ਮਾਇਆ ਵਾਲੀ ਪ੍ਰੀਤ ਚਲੇ ਜਾਏਗੀ। ਮਾਇਆ ਛੱਡਣੀ ਨਹੀਂ ਆ ਆਪਾਂ ਨੇ, ਦੁਨਿਆਵੀ ਪਦਾਰਥ ਛੱਡਣੇ ਨਹੀਂ ਹੈ। ਇਹਨਾਂ ਨੂੰ ਯੂਜ਼ ਕਰਨਾ ਹੈ, ਕਿਉਂਕਿ ਆਪਣਾ ਸਰੀਰ ਹੈਗਾ, ਆਪਾਂ ਫਿਜ਼ੀਕਲ ਹੈ, ਸਰੀਰ ਦੇ ਵਿੱਚ ਹੈਗੇ ਆ, ਤੇ ਇਹਨਾਂ ਨੂੰ ਜਿੰਨੀ ਕੁ ਆਪਣੀ ਜ਼ਰੂਰਤ ਹੈਗੀ, ਨੀਡ ਹੈਗੀ, ਉਹਨਾਂ ਕੁ ਯੂਜ਼ ਕਰਨਾ ਹੈ। ਔਰ ਇਹਨਾਂ ਦੇ ਉੱਤੋਂ ਦੀ ਰਹਿਣਾ ਆ, ਜਿਵੇਂ ਜਲ ਦੇ ਉੱਤੇ ਕਮਲ ਰਹਿੰਦਾ ਹੈ, ਪਾਣੀ ਲੈਂਦਾ ਹੈ ਪਰ ਰਹਿੰਦਾ ਉੱਪਰ ਹੈ। ਜਗ ਮੋਹਨੀ ਹਮ ਤਿਆਗ ਗਵਾਈ। ਕਹਿੰਦੇ ਅਸੀਂ ਤਾਂ ਤਿਆਗਤੀ ਭਾਈ, ਅਸੀਂ ਨਹੀਂ ਪ੍ਰੀਤ ਕੀਤੀ ਇਹਦੇ ਨਾਲ, ਕਿਉਂਕਿ ਸਤਿਗੁਰੂ ਮਿਲ ਗਏ। ਲਾਗ ਛੁਟੋ ਸਤਿਗੁਰ ਕੀ ਪਾਈ। ਗੁਰੂ ਦਾ ਗਿਆਨ ਮਿਲ ਗਿਆ।
जग मोहिनी हम त्याग गवाई निर्गुण मिलियो वजी ਵਧਾਈ। और फिर की होया, मालक दे नाल प्रीत पै गई। अल्टीमेटली की होया, ध्यान सिमरन ਉਹਦੇ ਨਾਲ ਉਹ ਨਿਰਗੁਣ 3 ਗੁਣਾ ਤੋਂ ਉੱਪਰ ਜਿਹੜਾ ਹੈਗਾ। ਨਿਰਗੁਣ ਦਾ ਮਤਲਬ ਇਹ ਨਹੀਂ ਵੀ ਜਿਹਦੇ ਕੋਲ ਕੋਈ ਗੁਣ ਨਹੀਂ ਆ। ਨਿਰਗੁਣ ਦਾ ਮਤਲਬ ਆ ਉਹ ਜਿਹੜਾ 3 ਗੁਣੀ ਮਾਇਆ ਤੋਂ ਉੱਪਰ, ਇਹ 3 ਗੁਣਾ ਤੋਂ ਨਿਰ ਹੈਗਾ, ਉਹਦੇ ਵਿੱਚ ਨਹੀਂ ਹੈਗੇ ਇਹ 3 ਗੁਣ ਮਾਇਆ ਦੇ। ਨਿਰਗੁਣ ਮਿਲਿਓ ਵਜੀ ਵਧਾਈ। ਆਇਆ ਪਾਈ ਉਹਦੀ ਪਰਮਾਤਮਾ ਨੂੰ ਮਿਲਾਪ, ਔਰ ਉਹਦੀ ਕਹਿੰਦੇ ਆ ਵਧਾਈ ਉਹਦੇ ਅੰਦਰ ਜਿਹੜੀ ਆ ਵੱਜ ਗਈ ਪਾਈ। ਵਧਾਈ ਜਿਹੜੀ ਹੈਗੀ ਆ ਇਹ ਅਨਹਦ ਸ਼ਬਦ ਨਾਦ, ਕਿਉਂਕਿ ਉਹ ਤਾਂ ਜਿਹੜਾ ਪਰਮਾਤਮਾ ਨੂੰ ਜਿਹੜੀ ਜੀਵ ਜਿਹੜੀ ਇਸਤਰੀ ਪਰਮਾਤਮਾ ਨੂੰ ਮਿਲਦੀ ਆ, ਉਹ ਤਾਂ ਉਹਦਾ ਤਾਂ ਜਿਹੜਾ ਹੈਗਾ ਪੂਰੀ ਪ੍ਰਕਿਰਤੀ ਜਿਹੜੀ ਹੈਗੀ ਆ ਉਹਦਾ ਜਿਹੜਾ ਹੈਗਾ ਅਭਿਨੰਦਨ ਕਰਦੀ ਹੈ। ਜਗ ਮੋਹਿਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਓ। ਐਸੀ ਸੁੰਦਰ ਮਨ ਕੋ ਮੋਹੇ। ਮਾਇਆ ਜਿਹੜੀ ਹੈਗੀ ਇਹੀ ਚੀਜ਼ ਸੋਹਣੀ ਹੈਗੀ, ਐਸੀ ਚੰਗੀ ਲੱਗਦੀ ਹੈ, ਮਨ ਨੂੰ ਪੂਰੀ ਤਰ੍ਹਾਂ ਮੋਹਿਤ ਕਰ ਲੈਂਦੀ ਹੈ ਇਨਸਾਨ ਨੂੰ। ਜਿਹੜਾ ਹੈਗਾ ਐਸੇ ਦੇਖੋ ਅੱਖਾਂ ਦਾ ਹੈਗਾ, ਜੋਗਾ ਅੱਖਾਂ ਦਾ ਖਿਲ ਰਿਹਾ ਹੈ, ਕੰਨਾਂ ਦਾ ਹੈਗਾ, ਜੀਭ ਦਾ ਹੈਗਾ, ਇੰਦਰੀ ਦਾ ਹੈਗਾ, ਸਾਰੇ ਸਵਾਦ ਪਏ, ਚਮੜੀ ਦੇ ਸਾਰੇ ਸਵਾਦ ਦੁਨੀਆ ਦੇ ਪਦਾਰਥ ਪਏ ਹੋਏ। ਐਸੀ ਸੁੰਦਰ ਮਨ ਕੋ ਮੋਹੇ, ਮਨ ਪੂਰੀ ਤਰ੍ਹਾਂ ਮੋਹਿਆ ਜਾਂਦਾ ਹੈ ਭਾਈ। ਕਹਿੰਦਾ ਆ ਵੀ ਚਾਹੀਦਾ ਹੈ, ਅੱਖਾਂ ਦਾ ਵੀ ਚਾਹੀਦਾ, ਆ ਵੀ ਸਵਾਦ, ਆ ਵੀ ਭੋਗਣਾ, ਆ ਵੀ ਚੀਜ਼ ਚਾਹੀਦੀ ਹੈ। ਐਸੀ ਸੁੰਦਰ ਮਨ ਕੋ ਮੋਹੇ ਬਾਟ ਕਾਟ ਗ੍ਰਹਿ ਬਨ ਜੋ ਹੈ। ਔਰ ਮਾਇਆ ਕਿਸ ਤਰ੍ਹਾਂ ਜਿਹੜੀ ਹੈਗੀ ਆ ਆਉਂਦੀ ਹੈ ਸਾਹਮਣੇ। ਕਹਿੰਦੇ ਭਾਵੇਂ ਬਾਟ ਦੇ ਉੱਤੇ, ਰਸਤੇ 'ਤੇ ਹੋਏ, ਭਾਵੇਂ ਘਾਟ ਦੇ ਉੱਤੇ ਹੋਏ, ਕਿਤੇ ਏਅਰਪੋਰਟ 'ਤੇ ਹੋਏ ਜਾਂ ਦਰਿਆ ਦੇ ਘਾਟ 'ਤੇ, ਕਿਤੇ ਮਰਜ਼ੀ ਹੋਏ ਇਨਸਾਨ। ਘਰ ਦੇ ਵਿੱਚ ਹੋਏ, ਭਾਵੇਂ ਵਨ ਦੇ ਵਿੱਚ ਹੋਏ, ਜੰਗਲ ਦੇ ਵਿੱਚ ਹੋਏ, ਸੰਨਿਆਸੀ ਹੋਏ, ਭਾਵੇਂ ਗ੍ਰਸਤੀ ਹੋਏ, ਸਾਰਿਆਂ ਨੂੰ ਜਿਹੜਾ ਹੈਗਾ ਸ਼ਕਲ ਸਾਰਿਆਂ ਨੂੰ ਜੋ ਲੈਂਦੀ ਹੈ ਭਾਈ, ਸਾਰਿਆਂ ਨੂੰ ਜਿਹੜਾ ਮੋਹ ਲੈਂਦੀ ਹੈ। ਮਨ ਤਨ ਲਾਗੇ ਹੋਏ ਕਿ ਮਿੱਠੀ, ਮਨ ਨੂੰ ਤਨ ਨੂੰ ਜਿਹੜਾ ਹੈਗਾ ਇਹ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਜਿਹੜੀਆਂ ਕਰਮ ਮਿੱਠੀ ਲੱਗਦੀ ਹੈ ਮਨ ਨੂੰ। ਮਨ ਤਨ ਲਾਗੇ ਹੋਏ ਕਿ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡਿਠੀ। ਦੇਖ ਲਓ ਕੀ ਕਹਿ ਰਹੇ ਬ੍ਰਹਮ ਗਿਆਨੀ। ਕਹਿੰਦੇ ਮੇਰੇ ਗੁਰੂ ਦੀ ਕਿਰਪਾ ਦੇ ਨਾਲ, ਮੇਰੇ ਗੁਰੂ ਦੇ ਗਿਆਨ ਦੇ ਦੁਆਰਾ, ਮੇਰੇ ਗੁਰੂ ਦੇ ਪ੍ਰਕਾਸ਼ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ ਮੈਨੂੰ ਇਹ ਖੋਟੀ ਲੱਗੀ ਹੈ। ਮੈਂ ਨਹੀਂ ਇਸ 'ਤੇ ਵਿਸ਼ਵਾਸ ਕਰਦਾ। ਅਗਰ ਕਿ ਉਸਕੇ ਬੜੇ ਠਗਾਓ, ਕਹਿੰਦੇ ਉਹਦੇ ਜਿਹੜੇ ਹੈਗੇ, ਉਹਦੇ ਮੁਲਾਜ਼ਮ ਜਿਹੜੇ ਹੈਗੇ, ਉਹਦੇ ਅਗਰਕ ਕਹਿੰਦੇ ਉਹ ਤਾਂ ਬੜੇ ਕਹਿੰਦੇ ਆ। ਉਹਦੇ ਅੱਗੇ ਜਿਹੜੇ ਹੈਗੇ ਕੰਮ ਕਰਨ ਵਾਲੇ ਜਿਹੜੇ ਹੈਗੇ ਅਗਰਕ, ਜਿਨ੍ਹਾਂ ਦੇ ਥਰੂ ਉਹ ਕੰਮ ਕਰਦੀ ਆ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਗਰਕ ਉਸਕੇ ਬੜੇ ਠਗਾਓ। ਕਹਿੰਦੇ ਬੜੇ ਠੱਗਣ ਵਾਲੇ ਆ ਭਾਈ। ਛੋੜੇ ਨਾ ਹੀ ਬਾਪ ਨਾ ਮਾਓ, ਕਿਸੇ ਨੂੰ ਨਹੀਂ ਛੱਡਦੇ, ਨਾ ਮਾਂ ਨੂੰ, ਨਾ ਪਿਓ ਨੂੰ, ਨਾ ਭੈਣ ਨੂੰ, ਨਾ ਭਰਾ ਨੂੰ, ਨਾ ਇਸਤਰੀ ਨੂੰ, ਨਾ ਪੁਰਸ਼ ਨੂੰ, ਕਿਸੇ ਨੂੰ, ਬੱਚੇ ਨੂੰ, ਬੁੱਢੇ ਨੂੰ, ਕਿਸੇ ਨੂੰ ਨਹੀਂ ਛੱਡਦੇ। ਛੋੜੇ ਨਾ ਹੈ ਬਾਪ ਨਾ ਮਾਓ ਮੇਲੀ ਆਪਣੇ ਉਨਲੇ ਬੰਦੇ। ਜਿਨ੍ਹਾਂ ਨੇ ਜਿਹੜੇ ਵੀ ਮੇਲੀ ਹੈ, ਜਿਹੜੇ ਵੀ ਮਾਇਆ ਦੇ ਨਾਲ ਮੁਲਾਕਾਤ ਜਿਨ੍ਹਾਂ ਦੀ ਹੈਗੀ, ਜਿਨ੍ਹਾਂ ਦੀ ਪ੍ਰੀਤ ਹੈਗੀ, ਜਿਨ੍ਹਾਂ ਦਾ ਮੇਲ ਹੈਗਾ ਮਾਇਆ ਦੇ ਨਾਲ, ਮੇਲ ਮਿਲਾਪ ਹੈਗਾ, ਕਹਿੰਦੇ ਸਾਰਿਆਂ ਨੂੰ ਬੰਨ ਲੈਂਦੀ ਹੈ ਭਾਈ। ਮਜਾ ਲਿਆ ਕੋਈ ਛੁੱਟ ਜਾਏ। ਮੇਲੀ ਆਪਣੇ ਉਨਲੇ ਬੰਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਦੇਖ ਲਓ ਬ੍ਰਹਮ ਗਿਆਨੀ ਕੀ ਕਹਿ ਰਹੇ ਭਾਈ। ਵੀ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਦੱਸੇ ਰਸਤੇ 'ਤੇ, ਗੁਰੂ ਦੇ ਦੱਸੇ ਧਿਆਨ ਸਿਮਰਨ ਦੇ ਦੁਆਰਾ, ਜੁਗਤੀ ਦੇ ਦੁਆਰਾ ਮੈਂ ਜਿਹੜੇ ਹੈਗੇ ਇਹ ਸਾਰੇ ਦੇ ਸਾਰੇ ਇਹਦੇ ਅਗਰਖ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਿਆਂ ਨੂੰ ਸਾਧ ਲਿਆ। ਕਹਿੰਦੇ ਅਬ ਮੋਰੇ ਮਨੇ ਭਇਆ ਆਨੰਦ। ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਜਿਹੜਾ ਹੈਗਾ ਅਸਲੀ ਖੁਸ਼ੀ ਆ ਗਈ ਹੈ ਭਾਈ। ਮੇਰੇ ਵਿਚਾਰ ਬੰਦ ਹੋ ਗਏ, ਮੇਰਾ ਮਨ ਜਿਹੜਾ ਆਨੰਦ ਪਿਆ। ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨੇ ਵਜੀਆਂ ਵਧਾਈਆਂ। ਮੇਰੇ ਮਨ 'ਚ ਖੇੜਾ ਹੀ ਖੇੜਾ ਆ ਗਿਆ। ਪਹੁ ਚੁੱਕਾ ਟੂਟੇ ਸਭ ਫੰਦ। ਔਰ ਮੇਰਾ ਭੈ ਜਿਹੜਾ ਹੈਗਾ, ਇਹ ਜਨਮ ਮਰਨ ਦਾ ਭੈ ਜਿਹੜਾ ਹੈਗਾ, ਇਹ ਮਾਂ ਦੇ ਪੇਟ ਦਾ ਜਿਹੜਾ ਹੈਗਾ ਗਰਭ ਜੂਨ ਦਾ ਦੁੱਖ, ਇਹ 84 ਲੱਖ ਜੂਨਾਂ ਦੇ ਵਿੱਚ ਭਟਕਣ ਦਾ ਦੁੱਖ, ਕਹਿੰਦੇ ਸਾਰਾ ਦਾ ਸਾਰਾ ਜਿਹੜਾ ਹੈਗਾ, ਸਾਰਾ ਦਾ ਸਾਰਾ ਭੈ ਦੂਰ ਹੋ ਗਿਆ। ਔਰ ਮਾਇਆ ਦੇ ਫੰਦੇ ਜਿਹੜੇ ਹੈਗੇ ਸਾਰੇ ਦੇ ਸਾਰੇ ਟੁੱਟ ਗਏ। ਇਹ ਮੋਹ ਦੇ ਫੰਦੇ, ਮੋਹ ਦੀਆਂ ਤਾਰਾਂ ਸਾਰੀਆਂ ਛੁੱਟ ਗਈਆਂ। ਕਹੋ ਨਾਨਕ ਜਾਂ ਸਤਿਗੁਰ ਪਾਇਆ
ਕਰ ਸਗਲਾ ਮੈਂ ਸੁਖੀ ਵਸਾਇਆ। ਕਿਵੇਂ ਛੁੱਟ ਗਿਆ? ਕਹਿੰਦੇ ਸਤਿਗੁਰੂ ਮਿਲ ਗਿਆ ਮੈਨੂੰ, ਬ੍ਰਹਮ ਗਿਆਨੀ ਮਿਲ ਗਿਆ, ਬ੍ਰਹਮ ਗਿਆਨ ਮਿਲ ਗਿਆ ਮੈਨੂੰ। ਮੇਰਾ ਘਰ ਜਿਹੜਾ ਹੈਗਾ, ਜਿਹੜਾ ਮੇਰਾ ਘਰ ਜਿਹੜਾ ਹੈਗਾ, ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੇ ਕਬਜ਼ਾ ਲਿਆ ਹੋਇਆ ਸੀਗਾ ਭਾਈ, ਇਹੀ ਸੀਗੇ। ਵਾਪਸ ਮੇਰੇ ਗੁਰੂ ਨੇ ਜਿਹੜਾ ਹੈਗਾ ਐਸਾ ਮੇਰੇ ਉੱਤੇ ਮਿਹਰ ਕਰ ਦਿੱਤੀ ਕਿ ਉਹ ਕਬਜ਼ਾ ਮੈਨੂੰ ਵਾਪਸ ਦਵਾ ਦਿੱਤਾ ਇਹਨਾਂ ਦੇ ਕੋਲੋਂ। ਆਸਾ ਮਹੱਲਾ ਪੰਜਵਾਂ। आठ पहर निकट कर जानै, प्रभ का किया मीठा मानै। एक नाम संतन आधार, हो रहे सबकी पग छार। संत रहत सुनो मेरे पाई, वाकी महिमा कथन न जाई। रहाओ। ਹੁਣ ਇਹਦੇ ਵਿੱਚ, ਇਸ ਸ਼ਬਦ ਦੇ ਵਿੱਚ 392 ਅੰਗ ਦੇ ਉੱਤੇ ਆ ਜਿਹੜਾ ਸ਼ਬਦ ਹੈਗਾ 88ਵਾਂ ਸ਼ਬਦ ਆ, ਸੀਰੀਅਲ ਵਾਈਜ਼ 37ਵਾਂ ਸ਼ਬਦ ਹੈਗਾ। ਇੱਕ ਵਾਰੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਹਿਤ ਬਾਰੇ ਗੱਲ ਕੀਤੀ ਹੈ ਮਹਾਰਾਜ ਨੇ। ਸੰਤ ਰਹਿਤ ਵਰਡ ਇੱਕ ਵਾਰੀ ਆਇਆ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੰਤ ਰਹਿਤ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨਾ ਜਾਏ। ਆ ਡੈਫੀਨੇਸ਼ਨ ਹੈ ਸੰਤ ਦੀ। ਸੰਤਾਂ ਦੀ ਕੀ ਰਹਿਤ ਹੁੰਦੀ ਹੈ? ਸੰਤ ਰਹਿਤ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਉਹਨਾਂ ਦੀ ਮਹਿਮਾ ਬੋਲ ਕੇ ਜਾਂ ਲਿਖ ਕੇ ਨਹੀਂ ਦੱਸੀ ਜਾ ਸਕਦੀ। ਉਹਨਾਂ ਦੀ ਰਹਿਤ ਕੀ ਹੁੰਦੀ ਆ, ਉਹ ਉਹਨਾਂ ਦਾ ਰੂਟੀਨ ਕੀ ਹੁੰਦਾ, ਉਹਨਾਂ ਦਾ ਸਕੈਡਿਊਲ ਕੀ ਹੁੰਦਾ, ਉਹਨਾਂ ਦਾ ਜੀਵਨ ਕੀ ਹੁੰਦਾ, ਉਹਨਾਂ ਦੀ ਕਰਨੀ ਕੀ ਹੁੰਦੀ ਆ। ਇਸ ਸ਼ਬਦ ਦੇ ਵਿੱਚ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ, ਸੰਤ ਦੀ ਰਹਿਤ ਦੱਸ ਰਹੇ। 8 ਪਹਿਰ, ਆਸਾ ਮਹੱਲਾ ਪੰਜਵਾਂ। 8 ਪਹਿਰ ਨਿਕਟ ਕਰ ਜਾਣੈ। ਪਹਿਲੀ ਉਹਦੀ ਰਹਿਤ ਸੰਤ ਦੀ ਕੀ ਹੁੰਦੀ ਹੈ? ਸੰਤਾਂ ਦੀ ਕਹਿੰਦੇ ਸਭ ਤੋਂ ਪਹਿਲੀ ਪਰਮਾਤਮਾ ਨੂੰ 8 ਪਹਿਰ ਜਿਹੜੇ ਹੈਗੇ ਆਪਣੇ ਅੰਗ ਸੰਗ ਜਾਣਦੇ। ਸਭ ਤੋਂ ਪਹਿਲਾਂ ਉਹਨਾਂ ਦਾ ਆਇਆ, ਉਹਨਾਂ ਦੀ ਪ੍ਰੀਤ ਮਾਲਕ ਦੇ ਨਾਲ ਹੁੰਦੀ ਆ ਔਰ ਮਾਲਕ ਨੂੰ ਅੰਗ ਸੰਗ ਜਾਣਦੇ। ਔਰ ਉਹ ਜਿਹੜੇ ਹੈਗੇ, ਜਿਹੜਾ ਮਾਲਕ ਜਿਹਨੂੰ ਮਾਲਕ ਜਿਹੜਾ ਨਾਲ ਹੈਗਾ, ਜਿਹਨੂੰ ਪਤਾ ਹੈ ਵੀ ਮੇਰਾ ਮਾਲਕ ਮੇਰੇ ਨਾਲ ਹੈਗਾ, ਉਹ ਸਾਰਾ ਕੁਝ ਦੇਖ ਰਿਹਾ ਹੈ। ਉਹ ਕਿਉਂ ਕਿਸੇ ਨਾਲ ਮਾੜਾ ਕਰੂਗਾ, ਕਿਉਂ ਵਿਤਕਰਾ ਕਰੂਗਾ, ਕਿਉਂ ਕਿਸੇ ਨੂੰ ਠੱਗੂਗਾ। 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਸੈਕੰਡ ਦੂਜੀ ਰਹਿਤ ਜਿਹੜੀ ਹੈਗੀ ਆ, ਕਹਿੰਦੇ ਉਹ ਮਾਲਕ ਪਰਮਾਤਮਾ ਜੋ ਕਰਦਾ ਹੈ, ਜੋ ਕਰ ਰਿਹਾ ਹੈ, ਜੋ ਹੁੰਦਾ ਹੈ, ਉਹਨੂੰ ਮਿੱਠਾ ਕਰਕੇ ਮੰਨਦਾ ਹੈ। ਇਹ ਆ ਸੰਤਾਂ ਦੀ ਦੂਜੀ ਰਹਿਤ। ਪ੍ਰਭ ਕਾ ਕੀਆ ਮੀਠਾ ਮਾਨੈ। ਉਹ ਕਹਿੰਦੇ ਮਾਲਕ ਨੇ ਆਹੀ ਮੇਰੇ ਵਾਸਤੇ ਸਭ ਤੋਂ ਚੰਗਾ, ਮੇਰੇ ਮਾਲਕ ਨੇ ਜਿਹਦੇ ਨਾਲ ਮੈਂ ਪਿਆਰ ਕਰਦਾ, ਮੇਰੀ ਭਲਾਈ ਇਹਦੇ ਵਿੱਚ ਹੀ ਹੈਗੀ। ਇਸ ਤੋਂ ਵਧੀਆ ਨਹੀਂ ਹੋ ਸਕਦਾ। ਜੋ ਮਾਲਕ ਨੇ ਕੀਤਾ ਹੈ ਮੇਰੇ ਵਾਸਤੇ ਆਹੀ ਹੈਗਾ ਸਹੀ। ਇੱਕ ਨਾਮ ਸੰਤਨ ਆਧਾਰ। ਤੀਸਰੀ ਰਹਿਤ ਕੀ ਆ? ਪਰਮੇਸ਼ਰ ਦਾ ਨਾਮ ਹੀ ਸੰਤਾਂ ਦਾ ਆਧਾਰ ਹੁੰਦਾ ਹੈ, ਟੇਕ ਹੁੰਦੀ ਹੈ। ਨਾਮ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ। ਇਹ ਆਧਾਰ ਬਣਾ ਲੈਂਦੇ ਆ ਨਾਮ ਨੂੰ, ਜੀਵਨ ਦਾ ਆਧਾਰ। ਸੈਂਟਰਲ ਜਿਹੜਾ ਹੈਗਾ ਨਾਮ ਹੈ, ਸੈਂਟਰ ਉਹਨਾਂ ਦਾ ਐਕਸਲ, ਉਹਦੇ ਦੁਆਲੇ ਜੀਵਨ ਘੁੰਮਦਾ ਹੈ। ਸਭ ਤੋਂ ਪਹਿਲਾ ਕੰਮ ਆਇਆ ਉਹਨਾਂ ਨੇ ਕਰਨਾ, ਮੇਨ ਕੰਮ ਸਭ ਤੋਂ ਉਹਨਾਂ ਦੇ ਸਕੈਡਿਊਲ ਦੇ ਵਿੱਚ, ਦਿਨਚਰਿਆ ਦੇ ਵਿੱਚ ਪਰਮੇਸ਼ਰ ਦਾ ਨਾਮ, ਆਹ ਕੰਮ ਸਭ ਤੋਂ ਪਹਿਲ ਇੰਪੋਰਟੈਂਟ ਹੈਗਾ ਭਾਈ। ਇੱਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਔਰ ਨਾਲ ਚੌਥੀ ਰਹਿਤ ਹੈਗੀ ਭਾਈ, ਆਪਣੇ ਆਪ ਨੂੰ ਸਾਰਿਆਂ ਅੰਦਰੋਂ ਜਿਹੜੇ ਹੈਗੇ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਰਹਿੰਦੇ, ਸਾਰਿਆਂ ਗਰੀਬੀ ਦੇ ਵਿੱਚ ਰਹਿੰਦੇ। ਆਹ 4 ਹੈਗੀਆਂ ਦੇਖ ਲਓ ਸੰਤਾਂ ਦੀਆਂ ਰਹਿਤ ਮਰਿਆਦਾ ਭਾਈ। ਸੰਤ ਰਹਿਤ ਸੁਣੋ ਮੇਰੇ ਭਾਈ, ਆਇਆ ਸੰਤਾਂ ਦੀ ਰਹਿਤ ਭਾਈ। ਹੇ ਭਰਾਵੋ, ਹੇ ਮੇਰੇ ਮਨਾ ਸੁਣ ਲਾ। ਆਹ ਹੈਗਾ ਟਾਰਗੇਟ, ਆਹ ਹੈਗਾ ਜਿਹੜਾ ਹੈਗਾ ਕੰਮ। 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। एक नाम संतन आधार, होए रहे सब की पग छार। संत रहत सुनो मेरे भाई, वाकी महिमा कथन न जाई।
ਰਹਾਓ। ਕਹਿੰਦੇ ਇਹ ਮੇਰੇ ਭਰਾਵੋ, ਇਹ ਮੇਰੇ ਮਨਾ, ਸੁਣ ਲਾ, ਆ ਜਿਹੜਾ ਹੈਗਾ ਗੁਰੂ ਦਾ ਗਿਆਨ, ਗੁਰੂ ਦੀ ਮੱਤ। ਕੀ ਕਹਿ ਰਹੇ ਗੁਰੂ? ਆਹ ਕੰਮ ਕਰਨਾ ਹੈ, ਆਹ ਰਹਿਤ ਰੱਖਣੀ ਹੈ, ਆਹ ਰਹਿਤ। ਆਪਾਂ ਤਾਂ ਜਿਹੜੇ ਹੈਗੇ ਖਾਲੀ ਜਿਹੜਾ ਹੈ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਆ। ਉਹ ਮਹਾਰਾਜ ਪਹਿਲੀ ਪਾਤਸ਼ਾਹੀ ਕਹਿੰਦੀ ਛੋੜੋ ਵੇਸ ਭੇਖ ਚੌਤਰਾਈ, ਬਾਹਰਲੇ ਭੇਖ, ਬਾਹਰਲੀ ਰਹਿਤ ਮਰਿਆਦਾ ਬਾਈ। ਇਹਦੇ ਨਾਲ ਕੀ ਹੋਣਾ? ਜਦ ਅੰਦਰ ਦੀ ਆਹ ਚੀਜ਼, ਆਹ ਚਾਰ ਚੀਜ਼ਾਂ ਨਹੀਂ ਹੈਗੀਆਂ ਤੇ ਸੰਤ ਰਹਿਤ ਸੁਣੋ ਮੇਰੇ। ਉਹ ਮਹਾਰਾਜ ਤਾਂ ਕਹਿੰਦੇ ਛੋੜੋ ਵੇਸ ਭੇਖ ਚੌਤਰਾਈ, ਦੁਬਦਾ ਇਹ ਫਲ ਨਾ ਹੀ ਜਿਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ। ਸੰਤ ਰਹਿਤ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨਾ ਜਾਈ। ਕਹਿੰਦੇ ਕਥ ਕੇ ਨਹੀਂ ਦੱਸੀ ਜਾ ਸਕਦੀ ਸੰਤਾਂ ਦੀ ਮਹਿਮਾ, ਸੰਤਾਂ ਦੀ ਜਿਹੜੇ ਆ ਰਹਿਤ ਮਰਿਆਦਾ ਜਿਨ੍ਹਾਂ ਦੇ ਹੈਗੀ ਆ, ਬਿਆਨ ਨਹੀਂ ਕੀਤਾ ਜਾ ਸਕਦਾ ਭਾਈ। ਰਹਾਓ ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦਾ ਕੀ ਹੈਗਾ? ਕਹਿੰਦੇ ਕੇਵਲ ਨਾਮ ਹੈ ਉਹਨਾਂ ਦਾ ਵਰਤਣ। ਇੱਥੇ ਖਿੱਚ ਹੈਗੀ ਉਹਨਾਂ ਦੀ। ਬਾਕੀ ਸਾਰਾ ਜਿਹੜਾ ਹੈਗਾ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਆਪਣਾ ਪ੍ਰੀਤਮ ਧਰਤਾ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਉਹਨਾਂ ਦਾ ਕਿੱਥੇ ਵਿਸਰਾਮ ਹੁੰਦਾ? ਕਹਿੰਦੇ ਆਨੰਦ ਦੇ ਖੇੜੇ ਦੇ ਵਿੱਚ। ਆਨੰਦ ਰੂਪ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਨਾਮ ਦੇ ਵਿੱਚ, ਉਹਦੇ ਕੀਰਤਨ ਦੇ ਵਿੱਚ। ਕੀਰਤਨ ਕੀ ਹੈਗਾ? ਕੀਰਤਨ ਹੈਗਾ ਨਾਮ। ਉਹਦੇ ਨਾਲ ਰਸ ਆ ਜਾਂਦਾ ਹੈ ਜਦ ਧਿਆਨ ਸਿਮਰਨ ਕਰਦੇ ਕਰਦੇ, ਤੇ ਕੀਰਤਨ ਹੋ ਜਾਂਦਾ ਹੈ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਜੋ ਕਾਮ ਤੇਰੇ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸਤਰ ਜਾ ਕੇ ਏਕ ਸਮਾਨੇ। ਔਰ ਸੰਤਾਂ ਦੇ ਵਾਸਤੇ ਜਿਹੜੇ ਹੈਗੇ ਆ, ਕਹਿੰਦੇ ਉਹਨਾਂ ਦੇ ਮਿੱਤਰ ਤੇ ਸ਼ਤਰੂ ਇੱਕ ਬਰੋਬਰ ਆ ਉਹਨਾਂ ਦੇ ਲਈ। ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਉਹ ਜਿਹੜੇ ਹੈਗੇ ਮਾਲਕ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਜਾਣਦੇ, ਕੋਈ ਦੂਸਰਾ ਨਹੀਂ ਜਾਣਦੇ। ਸਾਰਿਆਂ ਦੇ ਵਿੱਚ ਉਸੇ ਮਾਲਕ ਪਰਮਾਤਮਾ ਨੂੰ ਦੇਖਦੇ। ਕੋਟ ਕੋਟ ਅਗ ਕਾਟਣ ਹਾਰਾ। ਆਇਆ ਭਾਈ ਜਿਨ੍ਹਾਂ ਦੇ ਕੋਲ ਆ ਸੰਤ ਰਹਿਤ ਹੈ, ਜਿਹੜੇ ਆ ਰੂਟੀਨ ਹੈਗਾ ਜਿਨ੍ਹਾਂ ਦਾ, ਜਿਹੜੇ ਆ ਚਾਰ ਜਿਨ੍ਹਾਂ ਦੇ ਅੰਦਰ ਗੁਣ ਹੈਗੇ ਆ। 8 ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਛਾਰ। ਕਹਿੰਦੇ ਉਹ ਭਾਈ ਉਹ ਤਾਂ ਕੋਟ ਕੋਟ ਅਗ ਕਾਟਣ ਹਾਰਾ। ਕਹਿੰਦੇ ਐਸਾ ਸੰਤ ਜਿਹੜਾ ਹੈਗਾ ਉਹ ਤਾਂ ਕਰੋੜਾਂ ਕਰੋੜਾਂ ਪਾਪ ਜਿਹੜੇ ਹੈਗੇ ਕੱਟ ਦੇਗਾ। ਜਿਹੜਾ ਵੀ ਉਹ ਸੰਤਾਂ ਦੀ ਸੰਗਤ ਦੇ ਵਿੱਚ ਆਊਗਾ, ਉਹਦੇ ਕਰੋੜਾਂ ਕਰੋੜਾਂ ਪਾਪ ਕੱਟ ਜਾਣਗੇ। ਉਗਰ ਪਾਪ, ਬੱਜਰ ਪਾਪ, ਅੱਗ। ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਉਹ ਤਾਂ ਜੀ ਦੇ ਆਤਮਾ ਦੀ ਦਾਤ ਦਿੰਦੇ ਆ ਭਾਈ, ਆਤਮਿਕ ਜੀਵਨ ਦੇਣ ਵਾਲੇ ਆ, ਦੁੱਖ ਦੂਰ ਕਰਨ ਵਾਲੇ ਹੈਗੇ। ਸੂਰਬੀਰ ਉਹ ਹੈਗੇ ਅਸਲੀ ਯੋਧੇ। ਕਰਮਖੰਡ ਕੀ ਬਾਣੀ ਜ਼ੋਰ, ਉਹ ਜ਼ੋਰ ਵਾਲੇ ਹੈਗੇ ਭਾਈ। ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੇਂ ਰਾਮ ਰਿਹਾ ਭਰਪੂਰ। ਉਹ ਹੈ ਜੋਧੇ ਮਹਾਬਲੀ। ਸੂਰਬੀਰ ਬਚਨ ਕੇ ਬਲੀ, ਬਚਨ ਦੇ ਬਲੀ ਹੈ ਭਾਈ। ਜੋ ਕਹਿ ਦਿੱਤਾ ਉਹ ਕਰ ਦਿੱਤਾ ਭਾਈ। ਜੋ ਬੋਲਿਆ ਸੱਤ ਹੈਗਾ। ਜਿਹਨੂੰ ਬਚਨ ਦੇ ਦਿੱਤਾ, ਜੋ ਬਚਨ ਦੇ ਦਿੱਤਾ, ਜੋ ਕਹਿਤਾ, ਉਹ ਉਸ ਤੇ ਪੂਰੇ ਉਤਰਦੇ ਖਰੇ। ਕੌਲਾ ਬਪਰੀ ਸੰਤੀ ਛਲੀ। ਔਰ ਇਹ ਕੌਲਾ ਮਾਇਆ ਜਿਹੜੀ ਹੈਗੀ ਆ, ਇਹ ਜਿਹਨੇ ਕਿ ਸਾਰੀ ਧਰਤ ਪਤਾਲ ਆਕਾਸ਼ ਜਿਹੜੀ ਸ੍ਰਿਸ਼ਟੀ ਜਿਹੜੀ ਆ ਮਾਇਆ ਨੇ ਛਲੀ ਹੋਈ ਹੈ ਭਾਈ। ਮਾਇਆ ਨੇ ਜਿੱਤੀ ਹੋਈ ਆ। ਮਾਇਆ ਤੋਂ ਵੱਧ ਬਲਵਾਨ ਨਹੀਂ ਹੈਗਾ ਕੋਈ। ਇਸ ਦੇ ਉੱਪਰ ਨਾ ਹੀ ਬਲੀਆ। ਮਾਇਆ ਤੋਂ ਉੱਪਰ ਕੋਈ ਬਲਵਾਨ ਨਹੀਂ ਹੈਗਾ ਦੁਨੀਆ ਦੇ ਵਿੱਚ। ਜਾਂ ਪਰਮਾਤਮਾ, ਜਾਂ ਉਹਦੇ ਜਿਹੜੇ ਹੈਗੇ ਸੰਤ, ਗੁਰੂ ਸੰਤ, ਬ੍ਰਹਮ ਗਿਆਨੀ, ਬਸ ਇਹਨਾਂ ਨੂੰ ਛੱਡ ਕੇ।
ਸੂਰਬੀਰ ਬਚਨ ਕੇ ਬਲੀ ਜਾਂ ਜੋਧੇ ਕੌਲਾ ਬਪਰੀ ਸੰਤੀ ਚਲੀ। ਇਹਨਾਂ ਨੇ ਸੰਤਾਂ ਨੇ ਕੀ ਕੀਤਾ, ਇੱਥੇ ਹੁਣ ਕੌਲਾ ਬਪਰੀ ਲਿਖਿਆ ਆ, ਵਿਚਾਰੀ। ਕੌਲਾ ਬਪਰੀ ਸੰਤੀ ਛਲੀ, ਉਹ ਇਹਨੂੰ ਛੱਲ ਲੈਂਦੇ ਆ, ਔਰ ਇਹਨੇ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਛੱਲ ਲਿਆ ਮਾਇਆ ਨੇ। ਤਾਂ ਕਾ ਸੰਗ ਬਾਂਛੇ ਸੁਰਦੇਵ, ਜਿਹੜੇ ਸੰਤ ਹੈਗੇ ਆ, ਬ੍ਰਹਮ ਗਿਆਨੀ ਹੈਗੇ ਆ, ਜਿਨ੍ਹਾਂ ਨੇ ਕੌਲਾ ਬਪਰੀ ਨੂੰ ਛਾਲਿਆ, ਜਿਨ੍ਹਾਂ ਦੀ ਰਹਿਤ ਮਰਿਆਦਾ ਉੱਪਰ ਦੱਸੀ ਗਈ ਹੈ। ਮਾਫ ਕਰਨਾ ਜੀ। ਤਾਂ ਕਾ ਸੰਗ ਬਾਂਛੇ ਸੁਰਦੇਵ, ਦੇਵਤੇ ਜਿਹੜੇ ਹੈਗੇ ਉਹ ਵੀ ਕਹਿੰਦੇ ਆ ਉਹਨਾਂ ਸੰਤਾਂ ਦਾ, ਉਹਨਾਂ ਬ੍ਰਹਮ ਗਿਆਨੀਆਂ ਦਾ ਕਹਿੰਦੇ ਸਾਥ ਮੰਗਦੇ ਆ ਭਾਈ। ਉਹਨਾਂ ਦੀ ਸੰਗਤ ਚਾਹੁੰਦੇ ਆ, ਸਾਧ ਸੰਗਤ ਚਾਹੁੰਦੇ ਆ। ਜੇ ਸਿੱਧੇ ਸਿੰਪਲੀਫਾਈ ਕਰੀਏ ਇਹਨੂੰ ਤੇ, ਤਾਂ ਕਾ ਸੰਗ ਬਾਂਛੇ ਸੁਰਦੇਵ ਅਮੋਗ ਦਰਸ ਸਫਲ ਜਾਂ ਕੀ ਸੇਵ। ਕਹਿੰਦੇ ਉਹਨਾਂ ਦਾ ਦਰਸ਼ਨ, ਉਹਨਾਂ ਦੀ ਸੰਗਤ ਕਹਿੰਦੇ ਅਮੋਗ। ਅਮੋਗ ਕਹਿੰਦੇ ਆ ਜਿਹੜਾ ਕਦੀ ਵੀ ਜਿਹੜਾ ਹੈਗਾ ਖਾਲੀ ਨਹੀਂ ਜਾਂਦਾ, ਫਲ ਪ੍ਰਾਪਤ ਹੋਏਗਾ ਹੀ ਹੋਏਗਾ ਉਹਨਾਂ ਦੇ ਦਰਸ਼ਨ ਦੇ ਨਾਲ, ਸਾਧ ਸੰਗਤ ਦੇ ਦੁਆਰਾ। ਅਮੋਗ ਦਰਸ ਸਫਲ ਜਾਂ ਕੀ ਸੇਵ, ਉਹਨਾਂ ਦੀ ਸੇਵਾ ਸਫਲ ਹੁੰਦੀ ਹੈ, ਫਲ ਪ੍ਰਾਪਤ ਹੁੰਦਾ ਹੈ, ਮਨੁੱਖੀ ਜੂਨ ਸਫਲ ਹੋ ਜਾਂਦੀ ਹੈ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਨ ਟਹਿਲ ਦੀਜੈ ਗੁਣਤਾਸ। ਆ ਪੰਜਵੀਂ ਪਾਤਸ਼ਾਹੀ ਨਾਨਕ ਦੇ ਕੱਕੇ ਨੂੰ ਔਂਕੜ ਲਗਾ ਕੇ ਆਪਣੇ ਵਾਸਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ ਭਾਈ, ਸਾਨੂੰ ਜਾਚ ਸਿਖਾ ਰਹੇ ਆ। ਕਹਿੰਦੇ ਮੈਂ ਤਾਂ ਅੰਦਰੋਂ ਜਿਹੜਾ ਹੈਗਾ ਮਨ ਔਰ ਚਿੱਤ ਜੋੜ ਕੇ ਕਹਿੰਦੇ ਆ, ਕਰ ਜੋੜ ਨਾਨਕ ਕਰੇ ਅਰਦਾਸ। ਮੈਂ ਅਰਦਾਸ ਕਰਦਾ ਹਾਂ ਮਾਲਕਾ, ਤੇਰੇ ਕੋਲ ਬੇਨਤੀ ਹੈਗੀ ਆ ਕਿ ਮੋਹਿ ਸੰਤਾਂ ਟਹਿਲ ਦੀਜੈ ਗੁਣਤਾਸ। ਇਹ ਗੁਣਾਂ ਦੇ ਖਜ਼ਾਨੇ, ਹੇ ਮੇਰੇ ਮਾਲਕ, ਮੈਨੂੰ ਜਿਹੜਾ ਹੈਗਾ ਸੰਤਾਂ ਦੀ, ਐਸੀ ਰਹਿਤ ਮਰਿਆਦਾ ਵਾਲੇ ਦੀ, ਸੰਤਾਂ ਦੀ, ਮੈਨੂੰ ਗੁਰੂਆਂ ਦੀ, ਮੈਨੂੰ ਬ੍ਰਹਮ ਗਿਆਨੀਆਂ ਦੀ, ਮੈਨੂੰ ਸਾਧ ਸੰਗਤ ਦੇ, ਮੈਨੂੰ ਸਤ ਸੰਗਤ ਦੇ। ਆਸਾ ਮਹਲਾ ਪੰਜਵਾਂ। ਸਗਲ ਸੁਖ ਜਪ ਏਕੈ ਨਾਮ। ਕਹਿੰਦੇ ਸਾਰੇ ਦੇ ਸਾਰੇ ਸੁਖ ਪ੍ਰਾਪਤ ਹੋ ਜਾਣਗੇ ਭਾਈ। ਜਪ ਪੱਪੇ ਦੀ ਸਿਹਾਰੀ ਹੈਗੀ, ਜਪ ਕੇ ਇੱਕ ਸਿਰਫ ਪਰਮਾਤਮਾ ਦਾ ਨਾਮ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਆਹੀ ਸਿੱਖਿਆ ਹੈਗੀ ਭਾਈ, ਆਹੀ ਹੈਡਿੰਗ ਹੈਗਾ ਗੁਰੂ ਗ੍ਰੰਥ ਸਾਹਿਬ ਦਾ। ਜਪ ਸਗਲ ਸੁਖ ਜਪੇ ਏਕ ਹੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ। ਸਾਰੇ ਧਰਮ ਉਹਨੇ ਕਰ ਲਏ ਭਾਈ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਗੁਣ ਗਾਉਣੇ ਕੀ ਹੈ? ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਵਾਪਸ ਉਹੀ ਸਗਲ ਸੁਖ ਜਪ ਏਕ ਹੈ ਨਾਮ। ਮਹਾਪਵਿੱਤਰ ਸਾਧ ਕਾ ਸੰਗ, ਸਭ ਤੋਂ ਪਵਿੱਤਰ ਕਰਨ ਵਾਲਾ ਮਹਾਪਵਿੱਤਰ ਹੈਗਾ ਸਾਧ ਸੰਗਤ ਭਾਈ। ਮਹਾਪਵਿੱਤਰ ਸਾਧ ਕਾ ਸੰਗ, ਗੁਰੂ ਦੀ ਸੰਗਤ, ਸਤ ਸੰਗਤ ਮਹਾਪਵਿੱਤਰ ਕਰਨ ਵਾਲੀ ਹੈ। ਜਿਸ ਭੇਟਤ ਲਾਗੇ ਪ੍ਰਭ ਰੰਗ, ਜਿਹਨੂੰ ਭੇਟਣ ਦੇ ਨਾਲ ਹੀ, ਸਾਧ ਸੰਗਤ ਕਰਨ ਦੇ ਨਾਲ ਹੀ, ਸਾਧ ਸੰਗਤ ਸਤ ਸੰਗਤ ਨੇ ਕੀ ਕਰਨਾ ਹੈ? ਪਰਮੇਸ਼ਰ ਦੇ ਨਾਲ ਜਿਹੜੀ ਪ੍ਰੀਤ ਪਾ ਦੇਣੀ ਹੈ। ਜਿਸ ਭੇਟਤ ਲਾਗੇ ਪ੍ਰਭ ਰੰਗ, ਗੁਰ ਪ੍ਰਸਾਦ ਉਹ ਆਨੰਦ ਪਾਵੈ। ਆਇਆ ਗੁਰੂ ਦਾ ਪ੍ਰਸਾਦ ਪਾਏ, ਖੇਡ ਦੇ ਵਿੱਚ ਆ ਜਾਏਗਾ, ਆਨੰਦ ਆ ਜਾਏਗਾ। ਉਹਦੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕੀ ਆਨੰਦ? ਜਿਸ ਸਿਮਰਤ ਮਨੇ ਹੋਏ ਪ੍ਰਗਾਸਾ, ਤਾਂ ਕਿ ਗਤਮਿਤ ਕਹਿਣ ਨਾ ਜਾਵੇ। ਗੁਰ ਪ੍ਰਸਾਦ ਹੋਏ ਆਨੰਦ ਪਾਵੈ, ਜਿਸ ਸਿਮਰਤ ਮਨੇ ਹੋਏ ਆਨੰਦਾ। ਕੀ? ਪਰਮਾਤਮਾ ਦਾ ਸਿਮਰਨ, ਪਰਮਾਤਮਾ ਦਾ ਧਿਆਨ ਸਿਮਰਨ। ਉਹਦੇ ਨਾਲ ਜਿਹੜਾ ਹੈਗਾ ਉਹ ਅੰਮ੍ਰਿਤ ਪੈਦਾ ਹੋਣਾ ਹੈ, ਉਹ ਆਨੰਦ ਆਉਣਾ ਹੈ, ਉਹ ਅਨੰਤ ਸ਼ਬਦ ਨਾਦ ਪ੍ਰਗਟ ਹੋਣਾ ਹੈ। ਜਿਸ ਸਿਮਰਤ ਮਨੇ ਹੋਏ ਪ੍ਰਗਾਸਾ, ਔਰ ਤਾਕ ਕੀ ਗਤਮਿਤ ਕਹਿਣ ਨਾ ਜਾਵੇ। ਉਹਦੀ ਜਿਹੜੀ ਹੈਗੀ ਉੱਚੀ ਅਵਸਥਾ ਜਿਹੜੀ ਹੈਗੀ ਆ, ਉਹ ਬਿਆਨ ਤੋਂ ਬਾਹਰ ਹੈਗੀ ਭਾਈ। ਉਹ ਮਰਿਆਦਿਤ ਨਹੀਂ ਕੀਤੀ ਜਾ ਸਕਦੀ। ਉਹਦੀ ਉੱਚੀ ਅਵਸਥਾ ਨੂੰ ਆਪਾਂ ਦੱਸ ਨਹੀਂ ਸਕਦੇ, ਸ਼ਬਦਾਂ ਦੇ ਵਿੱਚ ਨਹੀਂ, ਬੋਲ ਦੇ ਵਿੱਚ ਨਹੀਂ ਲਿਆ ਸਕਦੇ। ਰਹਾਓ ਵਰਤ ਨੇਮ ਮਜਨ ਤਿਸ ਪੂਜਾ,
ਜਿਹੜਾ ਪਰਮੇਸ਼ਰ ਦਾ ਧਿਆਨ ਸਿਮਰਨ ਕਰਦਾ ਹੈ, ਜਿਹੜਾ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਅਭਿਆਸ ਕਰ ਰਿਹਾ ਹੈ, ਜਪ ਰਿਹਾ ਹੈ, ਜਿਹੜਾ ਆਪਣੇ ਵਿਚਾਰਾਂ ਦੇ ਉੱਤੇ ਕਾਬੂ ਕਰ ਰਿਹਾ ਹੈ, ਕਹਿੰਦੇ ਉਹਨੇ ਸਾਰੇ ਵਰਤ ਨੇਮ ਅਤੇ ਮਜਨ ਇਸ਼ਨਾਨ ਤੀਰਥ ਇਸ਼ਨਾਨ ਸਾਰੇ ਕਰ ਲਏ ਭਾਈ, ਸਾਰੀ ਪੂਜਾ ਕਰ ਲਈ ਉਹਨੇ। ਵਰਤ ਨੇਮ ਮਜਨ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਉਹਨੇ ਵੇਦ ਪੁਰਾਣ ਸਾਰੇ ਗ੍ਰੰਥ ਜਿਹੜੇ ਹੈਗੇ ਸਾਰੀਆਂ ਸਿਮਰਤੀਆਂ ਸਾਰੀਆਂ ਸੁਣ ਲੀਆਂ। ਮਹਾਪੁਨੀਤ ਜਾਂ ਕਾ ਨਿਰਮਲ ਥਾਨ, ਉਹ ਤਾਂ ਮਹਾਪੁਨੀਤ ਹੋ ਗਿਆ ਭਾਈ, ਉਹਦਾ ਹਿਰਦਾ ਤਾਂ ਬਿਲਕੁਲ ਨਿਰਮਲ ਹੋ ਗਿਆ। ਕਿਦਾ ਸਾਧ ਸੰਗਤ ਜਾ ਕੇ ਹਰ ਹਰ ਨਾਮ, ਜਿਹਦੇ ਕੋਲ ਸਤ ਸੰਗਤ ਸਾਧ ਸੰਗਤ ਗੁਰੂ ਦੀ ਸੰਗਤ ਬ੍ਰਹਮ ਗਿਆਨੀਆਂ ਦੀ ਸੰਗਤ, ਜਿਹਦੇ ਕੋਲ ਪਰਮੇਸ਼ਰ ਦਾ ਨਾਮ ਆ ਗਿਆ ਭਾਈ। ਸਾਧ ਸੰਗਤ ਜਾ ਕੇ ਹਰ ਹਰ ਨਾਮ, ਪ੍ਰਗਟਿਓ ਸੋਜਨ ਸਗਲੇ ਭਵਨ, ਉਹ ਤਾਂ ਧਰਤ ਪਤਾਲ ਆਕਾਸ਼ ਦੇ ਵਿੱਚ ਪ੍ਰਗਟ ਹੋ ਜਾਏਗਾ ਭਾਈ। ਕਿਸੇ ਵੀ ਘਰ ਦੇ ਕਿਸੇ ਕੁਲ ਦੇ ਵਿੱਚ ਕਿਤੇ ਮਰਜੀ ਪੈਦਾ ਹੋਏ, ਭਾਵੇਂ ਦੇਖ ਲਓ ਰਵਿਦਾਸ ਜੀ ਦੇਖ ਲਓ, ਬਿਲਕੁਲ ਜਿਹੜੇ ਹੈਗੇ ਆ ਕਿਹੜੇ ਜਾਤੀ 'ਚ ਹੋਏ ਆ, ਕਬੀਰ ਜੀ ਜੁਲਾਹੇ ਸੀਗੇ, ਚਮਾਰ ਸੀਗੇ, ਅਤੇ ਕਿੱਥੇ ਪ੍ਰਗਟ ਹੋ ਗਏ ਦੇਖ ਲਓ। ਸਾਰੇ ਦੇ ਸਾਰੇ ਵੱਡੇ ਜਿਹੜੇ ਹੈਗੇ ਆ, ਉਹਨਾਂ ਦੇ ਹਾਲੇ ਤੱਕ ਦੇਖ ਲਓ ਜਿਹੜਾ ਹੈਗਾ ਉਹਨਾਂ ਦੀ ਸੋਭਾ ਹੋ ਰਹੀ ਹੈ। ਪ੍ਰਗਟਿਓ ਸੋਜਨ ਸਗਲ ਭਵਨ, ਧਰਤ ਪਤਾਲ ਆਕਾਸ਼ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਪਤਿਤ ਪੁਨੀਤ ਜਾ ਕੀ ਪੱਗ ਰੇਨ, ਉਹਨਾਂ ਦੀ ਜਿਹੜੀ ਹੈ ਚਰਨਾਂ ਦੀ ਤੂਰ, ਉਹਨਾਂ ਦੀ ਗਾਈਡੈਂਸ, ਆ ਜਿਹੜੀ ਕਬੀਰ ਜੀ ਦੀ ਬਾਣੀ ਦੇਖ ਲਓ, ਸਾਰੀ ਜਿਹੜੀ ਹੈ ਰਵਿਦਾਸ ਜੀ ਦੀ ਬਾਣੀ, ਇਹ ਸਾਰਿਆਂ ਨੂੰ ਪਤਿਤ ਨੂੰ ਪੁਨੀਤ ਕਰ ਦਿੰਦੀ ਆ ਭਾਈ। ਆ ਉਹਨਾਂ ਦੀ ਪੱਗ ਰੇਣ ਹੈ। ਜਾ ਕੋ ਭੇਟਿਓ ਹਰ ਹਰ ਰਾਏ, ਜਿਸ ਨੂੰ ਵੀ ਉਹ ਮਾਲਕ ਪਰਮਾਤਮਾ ਉਹਦੇ ਨਾਮ ਦੇ ਦੁਆਰਾ ਭੇਟਦਾ ਆ, ਤਾਂ ਕਿ ਗਤ ਮਿਤ ਕਥਨ ਨਾ ਜਾਏ, ਉਹਦੀ ਉੱਚੀ ਅਵਸਥਾ ਪਾਏ, ਉਹਦੀ ਮਰਿਆਦਾ ਜਿਹੜੀ ਹੈਗੀ ਮਿਤ ਮਰਿਆਦਾ, ਕਹਿੰਦੇ ਬੋਲ ਕੇ ਕੱਥ ਕੇ ਨਹੀਂ ਦੱਸੀ ਜਾ ਸਕਦੀ ਭਾਈ। 8 ਪਹਿਰ ਕਰ ਜੋੜ ਧਿਆਵੋਂ, ਹੇ ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ, ਮੈਂ ਵੀ ਜਿਹੜਾ ਹੈਗਾ 8 ਪਹਿਰ ਮੈਕਸੀਮਮ ਜਿਹੜਾ ਹੈਗਾ ਮਨ ਚਿੱਤ ਕਰਕੇ ਜਿਹੜਾ ਹੈਗਾ ਤੇਰਾ ਧਿਆਨ ਕਰਾਂ। 8 ਪਹਿਰ ਕਰ ਜੋੜ ਧਿਆਵੋਂ, ਉਨ ਸਾਧਾਂ ਕਾ ਦਰਸ਼ਨ ਪਾਵੋਂ, ਮੈਂ ਵੀ ਐਸੇ ਸਾਧੂਆਂ ਦਾ ਦਰਸ਼ਨ ਕਰਾਂ, ਗੁਰੂ ਦੀ ਸੰਗਤ ਕਰਾਂ, ਸਤ ਸੰਗਤ ਕਰਾਂ, ਸਾਧ ਸੰਗਤ ਕਰਾਂ। 8 ਪਹਿਰ ਕਰ ਜੋੜ ਧਿਆਵੋਂ, ਉਨ ਸਾਧਾਂ ਕਾ ਦਰਸ਼ਨ ਪਾਵੋਂ, ਮੋਹੇ ਗਰੀਬ ਕੋ ਲਿਹੋ ਰਲਾਏ, ਮੈਨੂੰ ਗਰੀਬ ਨੂੰ ਜਿਹੜਾ ਹੈਗਾ ਮਾਲਕਾ ਮੈਨੂੰ ਐਸੀ ਸੰਗਤ ਦੇ ਵਿੱਚ ਮਿਲਾ ਦੇ, ਐਸੀ ਸੰਗਤ ਦੇ ਵਿੱਚ ਰਲਾ ਦੇ, ਐਸੇ ਸਾਧੂਆਂ ਦੀ ਐਸ ਸਤ ਸੰਗਤ ਦੇ ਵਿੱਚ ਮੈਨੂੰ ਵੀ ਜਿਹੜਾ ਹੈਗਾ ਦੇ ਦੇ, ਮੈਨੂੰ ਵੀ ਸਤ ਸੰਗਤ ਦੇ ਦੇ। ਨਾਨਕ ਆਏ ਪਏ ਸਰਣਾਏ, ਤੇਰੀ ਸ਼ਰਨ ਦੇ ਵਿੱਚ ਆ ਗਏ ਆ ਮਾਲਕਾ, ਮਿਹਰ ਕਰ, ਮੈਨੂੰ ਸਾਧ ਸੰਗਤ ਸਤ ਸੰਗਤ ਦੇ ਦੇ। ਆ ਮਨੁੱਖੀ ਸਰੀਰ ਦਿੱਤਾ ਹੈ, ਇਹ ਸਰੀਰ ਜਿਹੜਾ ਹੈਗਾ ਇਹ ਸਫਲ ਹੋ ਜਾਏ, ਸਾਧੂਆਂ ਦਾ ਦਰਸ਼ਨ ਕਰਾ ਦੇ, ਮੈਨੂੰ ਸਤ ਸੰਗਤ ਦੇ ਦੇ, ਮੈਨੂੰ ਜਿਹੜਾ ਹੈਗਾ ਗੁਰਮਤ ਦੇ ਦੇ, ਗੁਰੂ ਦੀ ਮੱਤ ਦੇ ਦੇ, ਉਸ ਦੇ ਅਨੁਸਾਰ ਚੱਲ ਕੇ ਜਿਹੜਾ ਹੈਗਾ ਮੈਂ ਜਿਹੜਾ ਰਹਿਤ ਜਿਹੜੀ ਹੈਗੀ ਉਹ ਮੈਂ ਵੀ ਰਹਿਤ ਮਰਿਆਦਾ ਕਰ ਲਾਂ, ਮੈਂ ਉਹ ਨਾਮ ਵਾਲੀ ਜਿਹੜੀ ਹੈਗੀ ਆ, ਧਿਆਨ ਵਾਲੀ ਜਿਹੜੀ ਹੈਗੀ ਆ, ਮੈਂ ਵੀ ਜਿਹੜਾ ਹੈਗਾ ਆਪਣੀ ਇਸ ਰਸਤੇ ਦੇ ਉੱਤੇ, ਲਿਵ ਵਾਲੇ ਰਸਤੇ ਦੇ ਉੱਤੇ ਜਿਹੜਾ ਹੈਗਾ ਗੁਰੂ ਦੀ ਮੱਤ ਦੇ ਅਨੁਸਾਰ ਜਿਹੜਾ ਹੈਗਾ ਚੱਲ ਕੇ ਆਪਣਾ ਜੀਵਨ ਸਫਲ ਕਰ ਲਵਾਂ। ਆਸਾ ਮਹੱਲਾ ਪੰਜਵਾਂ। 8 ਪਹਿਰ ਉਦਕ ਇਸ਼ਨਾਨੀ, ਸਦੀ ਭੋਗ ਲਗਾਏ ਸੋ ਗਿਆਨੀ, ਬਿਰਥਾ ਕਾਹੂ ਛੋੜੇ ਨਾਹੀ, ਬਹੁਰ ਬਹੁਰ ਤਿਸ ਲਾਗੇ ਪਾਈ। ਹਾਲੇ ਸ਼ਬਦ ਨਹੀਂ ਖੁੱਲ ਰਿਹਾ। 8 ਪਹਿਰ ਉਦਕ ਇਸ਼ਨਾਨੀ, ਉਦਕ ਕਹਿੰਦੇ ਪਾਣੀ, 8 ਪਹਿਰ ਪਾਣੀ ਦਾ ਇਸ਼ਨਾਨ ਕਰਦਾ ਹੈ। ਸਦੀ ਭੋਗ ਲਗਾਏ ਸੋ ਗਿਆਨੀ, ਹਮੇਸ਼ਾ ਭੋਗ ਲਗਾਉਂਦਾ ਹੈ, ਉਹ ਗਿਆਨਵਾਨ ਹੈ, ਸੁਗਿਆਨੀ ਹੈ, ਵਧੀਆ ਗਿਆਨ ਵਾਲਾ ਹੈ। ਬਿਰਥਾ ਕਾਹੂ ਛੋੜੇ ਨਹੀਂ, ਕਹਿੰਦੇ ਬਿਰਥਾ ਨਹੀਂ ਛੱਡਦਾ ਕਿਸੇ ਨੂੰ, ਮਤਲਬ ਜਿਹੜੀ ਹੈਗੀ ਹੈ। ਬਹੁਰ ਬਹੁਰ ਤਿਸ ਲਾਗੇ ਪਾਈ, ਬਾਰ ਬਾਰ ਕਹਿੰਦੇ ਆ ਮੈਂ ਉਹਦੇ ਪੈਰੀ ਪਵਾਂ। ਕਿਦੇ ਸਾਲਿਗ੍ਰਾਮ ਹਮਾਰੇ ਸੇਵਾ, ਪੂਜਾ ਅਰਚਾ ਬੰਦਨ ਦੇਵਾ ਰਹਾਓ। ਇੱਥੇ ਕਹਿ ਰਹੇ ਮੈਂ ਤਾਂ ਸਾਲਿਗ੍ਰਾਮ ਜਿਹੜਾ ਹੈਗਾ ਉਹਦੀ ਸੇਵਾ ਕਰਦਾ, ਸਾਡੇ ਤਾਂ ਸਾਲਿਗ੍ਰਾਮ ਦੀ ਸੇਵਾ ਹੈ ਭਾਈ।
ਪੂਜਾ ਅਰਚਾ ਬੰਧਨ ਦੇਵਾ, ਪੂਜਾ ਕਰਦਾ ਹੈ, ਅਰਚਨ ਕਰਦਾ ਹੈ, ਧੂਪ ਬੱਤੀ ਕਰਦਾ ਹੈ, ਬੰਦਨਾ ਕਰਦਾ ਹੈ ਉਹਦੀ ਦੇਵਤੇ ਦੀ। ਹਾਲੇ ਵੀ ਨਹੀਂ ਖੁੱਲਿਆ ਸ਼ਬਦ। ਇਹ ਸ਼ਬਦ ਖੁੱਲੂਗਾ ਭਾਈ ਆਖਰੀ ਦੇ ਵਿੱਚ। ਔਰ ਇਹਦੇ ਵਾਸਤੇ ਜਿਹੜਾ ਹੈਗਾ ਇਹ ਸਾਲਿਗ੍ਰਾਮ ਵਰਡ ਹੈਗਾ। ਸਾਲਿਗ੍ਰਾਮ ਜਿਹੜਾ ਹੈਗਾ ਮਹਾਰਾਜ ਕਹਿੰਦੇ ਸਾਲਿਗ੍ਰਾਮ ਦੀ ਪੂਜਾ ਹੈਗੀ, ਸਾਲਗ੍ਰਾਮ ਦੀ ਸੇਵਾ ਹੈਗੀ। ਸਾਲਗ੍ਰਾਮ ਜਿਹੜਾ ਹੈਗਾ ਇੱਕ ਪੱਥਰ ਹੈਗਾ ਜਿਹੜਾ ਕਿ ਉਹ ਗੰਡਕ ਜਿਹੜੀ ਹੈ ਰਿਵਰ ਹੈਗੀ ਆ ਇਹ ਹਿਮਾਲय ਦੇ ਵਿੱਚ, ਯੂਪੀ ਸਾਈਡ ਦੇ ਵਿੱਚ। ਕਹਿੰਦੇ ਉਹਦੀ ਜਿਹੜੀ ਹੈਗੀ ਆ ਉਸ ਦੇ ਕੰਢੇ ਦੇ ਉੱਤੇ ਇੱਕ ਜਿਹੜਾ ਹੈਗਾ ਸਾਲਿਗ੍ਰਾਮ ਨਾਮ ਦਾ ਪਿੰਡ ਹੈਗਾ। ਉੱਥੇ ਜਿਹੜੇ ਹੈਗੇ ਗੋਲ ਜਿਹੜੇ ਪੱਥਰ ਮਿਲਦੇ ਆ, ਉਹ ਜਿਹੜੇ ਪੱਥਰ ਉਹਨਾਂ ਦੇ ਧਾਰੀਆਂ ਹੁੰਦੀਆਂ, ਗੋਲ ਪੱਥਰ ਹੁੰਦੇ ਆ, ਔਰ ਉਹਨਾਂ ਨੂੰ ਜਿਹੜੇ ਹੈਗੇ ਉਹਨੂੰ ਸਾਲਿਗ੍ਰਾਮ ਕਹਿੰਦੇ ਆ। ਉਸ ਪਿੰਡ ਤੋਂ ਜਿਹੜਾ ਹੈ ਇਹਨਾਂ ਦਾ ਨਾਮ ਸਾਲਿਗ੍ਰਾਮ ਪਿਆ। ਔਰ ਸਾਲਿਗ੍ਰਾਮ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਮੂਰਤੀ ਜਿਹੜੀ ਆ ਪੱਥਰ ਦੀ ਪੂਜਾ ਕਰਦੇ ਆ। ਉਹਨੂੰ ਪੱਥਰ ਦੀ ਪੂਜਾ ਨੂੰ ਜਿਹੜੇ ਹੈ ਨਲਾਉਂਦੇ ਆ, ਉਹਨੂੰ ਭੋਗ ਲਵਾਉਂਦੇ ਆ, ਉਹਦੀ ਪੂਜਾ ਕਰਦੇ ਆ, ਉਹਦੀ ਅਰਚਨਾ ਕਰਦੇ ਆ, ਉਹਦੀ ਵੰਦਨਾ ਕਰਦੇ। ਉਹ ਗੱਲ ਕਰ ਰਹੇ ਮਹਾਰਾਜ। ਮਹਾਰਾਜ ਕਹਿੰਦੇ ਆ ਮੇਰੇ ਵੀ ਭਾਈ ਅਸੀਂ ਵੀ ਜਿਹੜੇ ਹੈਗੇ ਸਾਲਿਗ੍ਰਾਮ ਦੇ ਪੁਜਾਰੀ ਹੈਗੇ ਆ, ਅਸੀਂ ਵੀ ਸੇਵਾ ਕਰਦੇ ਹਾਂ ਸਾਲਿਗ੍ਰਾਮ ਦੀ। ਸਾਡੇ ਵੀ ਸਾਲਿਗ੍ਰਾਮ ਹਮਾਰੇ ਸੇਵਾ, ਸਾਡੇ ਵੀ ਹੈਗੀ ਸਾਲਿਗ੍ਰਾਮ ਦੀ ਸੇਵਾ। ਆਖਰੀ ਦੇ ਵਿੱਚ ਆਖਰੀ ਲਾਈਨ ਪਹਿਲਾਂ ਲਈਏ, ਜਿਸੇ ਪ੍ਰਾਪਤ ਤਿਸੀ ਲੈਣਾ ਸੰਤ ਚਰਨ ਉਹ ਆਇਓ ਸਰਣਾ, ਹਾਥ ਚੜਿਓ ਹਰ ਸਾਲਿਗ੍ਰਾਮ। ਕਹਿੰਦੇ ਸਾਡਾ ਸਾਲਿਗ੍ਰਾਮ ਕਿਹੜਾ ਹੈਗਾ? ਕਹਿੰਦੇ ਉਹ ਮਾਲਕ ਪਰਮਾਤਮਾ, ਉਹ ਜਿਹੜਾ ਲਾਈਫ। ਹਾਥ ਚੜਿਓ ਹਰ ਸਾਲਿਗ੍ਰਾਮ, ਕਹੋ ਨਾਨਕ ਗੁਰੇ ਕੀਨੋ ਦਾਨ। ਕਹਿੰਦੇ ਮੈਨੂੰ ਬ੍ਰਹਮ ਗਿਆਨੀਆਂ ਨੇ, ਗੁਰੂ ਨੇ ਸਤ ਸੰਗਤ ਦੇ ਦੁਆਰਾ, ਸਾਧ ਸੰਗਤ ਦੇ ਦੁਆਰਾ ਮੈਨੂੰ ਜਿਹੜਾ ਹੈਗਾ ਦਾਨ ਕਰ ਦਿੱਤਾ ਭਾਈ। ਮੈਨੂੰ ਜਿਹੜਾ ਹੈਗਾ ਸਾਲਿਗ੍ਰਾਮ ਦੀ ਪੂਜਾ ਤੇ ਲਾ ਦਿੱਤਾ, ਉਸ ਮਾਲਕ ਪਰਮਾਤਮਾ ਦੀ ਪੂਜਾ ਦੇ ਉੱਤੇ ਲਾ ਦਿੱਤਾ, ਉਸ ਜਿਉਂਦੀ ਜਾਗਤੀ ਜਿਹੜੀ ਮਾਲਕ ਦੀ ਪੂਜਾ ਤੇ ਲਾ ਦਿੱਤਾ, ਜਿਹਦੀ ਕਿ ਜੋਤ ਸਾਰਿਆਂ ਦੇ ਵਿੱਚ ਜਾਗ ਰਹੀ ਹੈ, ਉਸ ਮਾਲਕ ਪਰਮਾਤਮਾ ਦੀ। ਹੁਣ ਆਪਾਂ ਇਹ ਸ਼ਬਦ ਲਈਏ ਤਾਂ ਇਹ ਸ਼ਬਦ ਖੁੱਲੇਗਾ ਭਾਈ। ਆਸਾ ਮਹੱਲਾ ਪੰਜਵਾਂ, 8 ਪਹਿਰ ਉਦਕ ਇਸ਼ਨਾਨੀ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮੇਰਾ ਸਾਲਿਗ੍ਰਾਮ ਜਿਹੜਾ ਹੈਗਾ ਉਹ ਤਾਂ ਪਾਣੀ ਦੇ ਵਿੱਚ ਵੀ ਪਾਈ। ਦੇਖ ਲਓ ਸਾਰੇ ਪਾਣੀ ਦੇ ਵਿੱਚ ਕਿੰਨੇ ਜੀਵ ਹੈਗੇ ਆ, ਸਾਰਿਆਂ ਦੇ ਅੰਦਰ ਉਹ ਹੈਗਾ। ਪਾਣੀ ਖੁਦ ਜਿਹੜਾ ਹੈਗਾ ਉਹ ਮਾਲਕ ਦੇ ਅੰਦਰ ਹੈਗਾ। 8 ਪਹਿਰ ਉਦਕ ਇਸ਼ਨਾਨੀ, ਉਹ ਤਾਂ 8 ਪਹਿਰ ਪਾਣੀ 'ਚ ਹੀ ਰਹਿੰਦਾ, ਪਾਣੀ ਦੇ ਵਿੱਚ ਹੀ ਰਹਿੰਦਾ। ਸਦੀ ਭੋਗ ਲਗਾਏ ਸੋ ਗਿਆਨੀ, ਉਹ ਤਾਂ ਸਾਰਿਆਂ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚ ਹੈਗਾ। ਜੋ ਵੀ ਜੀਵ ਜਿਹੜੇ ਹੈਗੇ ਭੋਗ ਰਹੇ ਆ, ਜੋ ਖਾ ਰਹੇ ਪੀ ਰਹੇ, ਜੋ ਵੀ ਕਰ ਰਹੇ, ਕਹਿੰਦੇ ਉਹ ਤਾਂ ਉਹੀ ਮਾਲਕ ਪਰਮਾਤਮਾ ਹੀ ਕਰ ਰਿਹਾ ਭਾਈ। ਉਹੀ ਸਭ ਤੋਂ ਜ਼ਿਆਦਾ ਗਿਆਨਵਾਨ ਆ, ਉਹ ਤਾਂ ਹਮੇਸ਼ਾ ਹੀ ਭੋਗ ਲਗਾਉਂਦਾ ਰਹਿੰਦਾ ਹੈ। ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪਾਣੀ ਦੇ ਵਿੱਚ ਨਲਾਉਣ ਦੀ ਕੀ ਲੋੜ ਹੈ ਆਪਾਂ ਨੂੰ? ਜਿਹੜਾ ਹੈਗਾ ਪੱਥਰ ਜਿਹੜਾ ਹੈਗਾ ਚੁੱਕ ਕੇ ਉਹ ਪੱਥਰ ਦੀ ਮੂਰਤੀ ਬਣਾ ਕੇ ਉਹ ਤਾਂ ਲਾਈਵ ਹੈਗਾ ਸਾਲਿਗ੍ਰਾਮ। ਬਿਰਥਾ ਕਾਹੂ ਛੋੜੇ ਨਹੀਂ, ਉਹ ਸਾਲਿਗ੍ਰਾਮ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਕੋਲ ਕੋਈ ਜਿਹੜਾ ਹੈਗਾ ਕੋਈ ਫਰਿਆਦ ਕਰੇ, ਕੋਈ ਉਹਦੇ ਕੋਲ ਕੋਈ ਜਿਹੜਾ ਹੈਗਾ ਉਹਦੀ ਸ਼ਰਨ 'ਚ ਜਾਏ, ਕਹਿੰਦੇ ਖਾਲੀ ਨਹੀਂ ਜਾਣ ਦਿੰਦਾ ਉਹ ਮਾਲਕ ਪਰਮਾਤਮਾ। ਬਿਰਥਾ ਕਾਹੂ ਛੋੜੇ ਨਹੀਂ, ਕਿਸੇ ਨੂੰ ਇਸ ਤਰ੍ਹਾਂ ਨਹੀਂ ਕਿ ਕੋਈ ਉਹਦੀ ਸ਼ਰਨ 'ਚ ਆਇਆ ਹੋਏ ਤੇ ਜਿਹੜਾ ਹੈਗਾ ਉਹ ਖਾਲੀ ਚਲਾ ਗਿਆ ਹੋਏ, ਬਿਰਥਾ ਚਲਾ ਗਿਆ ਹੋਏ। ਬਹੁਰ ਤਿਸ ਲਾਗੇ ਪਾਈ, ਕਹਿੰਦੇ ਅਸੀਂ ਤਾਂ ਬਾਰ ਮੈਂ ਤਾਂ ਭਾਈ ਉਸੇ ਸਾਲਿਗ੍ਰਾਮ ਦੀ ਬਾਰ ਭਾਈ ਪਹਿਨਣਾ ਹੈ ਭਾਈ। ਉਹ ਤਾਂ ਦਿਸਦਾ ਨਹੀਂ ਆ ਤੇ ਪੈਰੀ ਕਿਵੇਂ ਪਹਿਨਦੇ ਆ? ਹਾਂ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਪੈਰੀ ਪੈਣਾ ਹੈਗਾ, ਉਹਦਾ ਧਿਆਨ ਕਰਕੇ, ਉਹਦੇ ਨਾਲ ਪ੍ਰੇਮ ਪਾ ਕੇ, ਉਹਨੂੰ ਸਮਰਨ ਕਰਕੇ, ਉਹਦਾ ਜਪ ਕਰਕੇ। ਬਿਰਥਾ ਕਾਹੂ ਛੋੜੇ ਨਾਹੀਂ, ਬਹੁਰ ਤਿਸ ਲਾਗੇ ਪਾਈ, ਸਾਲਿਗ੍ਰਾਮ ਹਮਾਰੇ ਸੇਵਾ। ਕਹਿੰਦੇ ਸਾਡੇ ਵੀ ਹੈਗੀ ਭਾਈ ਸਾਲਿਗ੍ਰਾਮ ਦੀ ਸੇਵਾ, ਅਸੀਂ ਵੀ ਸਾਲਿਗ੍ਰਾਮ ਦੇ ਪੁਜਾਰੀ ਹੈਗੇ ਹਾਂ, ਪਰ ਸਾਡਾ ਸਾਲਿਗ੍ਰਾਮ ਡਿਫਰੈਂਟ ਹੈਗਾ ਭਾਈ। ਸਾਡਾ ਸਾਲਿਗ੍ਰਾਮ ਗੰਡਕ ਦਰਿਆ ਦੇ ਕੰਢੇ ਨਹੀਂ, ਉਹਦੇ ਪਾਣੀ 'ਚੋਂ ਨਹੀਂ ਲੱਭਦਾ। ਸਾਡਾ ਸਾਲਿਗ੍ਰਾਮ ਤਾਂ ਪੂਰੀ ਦੁਨੀਆ ਦੇ ਵਿੱਚ ਹੈਗਾ ਭਾਈ, ਹਰੇਕ ਦੇ ਅੰਦਰ ਹੈਗਾ। ਸਾਲਿਗ੍ਰਾਮ ਹਮਾਰੇ ਸੇਵਾ,
ਪੂਜਾ ਅਰਚਾ ਬੰਧਨ ਦੇਵਾ। ਅਸੀਂ ਇਸ ਤਰ੍ਹਾਂ ਧਿਆਨ ਸਿਮਰਨ ਕਰਕੇ, ਉਹਨੂੰ ਸਮਰਨ ਕਰਕੇ, ਉਹਨੂੰ ਪ੍ਰੇਮ ਕਰਕੇ ਉਹਦੀ ਅਰਚਨਾ ਪੂਜਾ ਬੰਦਨਾ ਕਰਦੇ ਹਾਂ। ਰਹਾਓ ਕੰਠਾ ਜਾਂ ਕਾ ਸੁਣਿਆ ਚੌਂਕੁੰਠ। ਉਹ ਮਾਲਕ ਪਰਮਾਤਮਾ ਉਹਦਾ ਕੰਠਾ ਜਿਹੜਾ ਹੈਗਾ ਚਾਰੋਂ ਪਾਸੇ ਜਿਹੜਾ ਹੈਗਾ ਉਹਦੇ ਅਨਹਦ ਸ਼ਬਦ ਸ੍ਰਿਸ਼ਟੀ ਦੇ ਵਿੱਚ ਵੱਜ ਰਿਹਾ ਭਾਈ। ਸਾਰੀ ਸ੍ਰਿਸ਼ਟੀ ਦੇ ਵਿੱਚ ਉਸੇ ਦੇ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਸਾਰੇ ਉਹਦਾ ਜਿਹੜਾ ਹੈਗਾ ਘੰਟਾ ਵੱਜ ਰਿਹਾ ਭਾਈ ਸਾਲੀਗ੍ਰਾਮ ਦਾ। ਤੁਹਾਡਾ ਤਾਂ ਜਿਹੜਾ ਮੰਦਰ ਦੇ ਵਿੱਚ ਜਿਹੜਾ ਹੈਗਾ ਓਨੇ ਏਰੀਏ 'ਚ ਸੁਣਦਾ ਹੈ। ਉਸ ਮੇਰੇ ਸਾਲੀਗ੍ਰਾਮ ਦਾ ਜਿਹੜਾ ਹੈਗਾ ਉਹ ਸਾਰੀ ਦੁਨੀਆ ਦੇ ਵਿੱਚ ਸੁਣਦਾ ਹੈ ਭਾਈ, ਸਾਰੀ ਸ੍ਰਿਸ਼ਟੀ ਦੇ ਵਿੱਚ ਸੁਣਦਾ ਹੈ, ਚਾਰੋਂ ਪਾਸੇ ਸੁਣਦਾ ਹੈ। ਮੇਰਾ ਕੀ ਉਹ ਤੁਹਾਡਾ ਸਾਰਿਆਂ ਦਾ ਹੈਗਾ ਭਾਈ। ਕੰਠਾ ਜਾਂ ਕਾ ਸੁਣੀਏ ਚੌਕੁੰਠ, ਆਸਨ ਜਾਂ ਕਾ ਸਦਾ ਬੈਕੁੰਠ। ਕਹਿੰਦਾ ਉਹਦਾ ਆਸਨ ਜਿਹੜਾ ਹੈਗਾ ਉਹ ਤਾਂ ਬੈਕੁੰਠ ਹੈਗਾ, ਜਿਹਦੇ ਅੰਦਰ ਵੀ ਜਿਹਦੇ ਹਿਰਦੇ ਘਰ 'ਚ ਉਹਦਾ ਆਸਨ ਹੈ, ਹਿਰਦੇ ਘਰ ਦੇ ਵਿੱਚ ਜਿਹਦੇ ਹਿਰਦੇ 'ਚ ਪ੍ਰਗਟ ਹੋ ਗਿਆ ਭਾਈ ਉਹ ਤਾਂ ਬੈਕੁੰਠ ਹੈਗਾ। चल रे बैकुंठ तुझे लय तारू, हिंचे ता प्रेम के चाबुक मारूं। अपने विचार असवारी कीजे, सहज के पावड़े पग तरे लीजे। आया बैकुंठ पाए, चाहे जाना बैकुंठ विचार बंद कर, सवारी कर विचारां दे उत्ते। विचार तो तेरे उत्ते सवार हो रहे। आसन जां का सदा बैकुंठ, जां का चवर सब ऊपर झूल है। उस मालक परमात्मा दा चवर सारियां दे उत्ते, ਉਹਦੀ ਜਿਹੜੀ ਹੈ ਹਵਾ ਜਿਹੜੀ ਹੈਗੀ ਆ ਇਹ ਪਵਨ ਸਾਰਿਆਂ ਦੇ ਉੱਤੇ ਝੁੱਲ ਰਹੀ ਹੈ ਭਾਈ। ਤਾਂ ਕਾ ਧੂਪ ਸਦਾ ਪ੍ਰਫੁੱਲ ਹੈ, ਉਹਦੀ ਧੂਪ ਜਿਹੜੀ ਹੈਗੀ ਆ ਸੋਹਣੀ ਖੁਸ਼ਬੂਦਾਰ ਔਰ ਕਿੰਨੀ ਪ੍ਰਫੁੱਲਿਤ ਹੋ ਰਿਹਾ ਉਹਦੀ ਜਿਹੜੀ ਹੈਗੀ ਫੁੱਲ ਬਨਸਪਤੀ ਸਾਰੀ ਦੀ ਸਾਰੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ, ਧੂਪ ਜਿਹੜੀ ਹੈਗੀ ਕੀ ਮਲਿਆਗਰ ਪਰਵਤ ਤੋਂ ਜਿਹੜੀ ਹੈਗੀ ਚੰਦਨ ਦੀ ਖੁਸ਼ਬੂ ਆ ਰਹੀ ਹੈ। धूप माले आन लो, पवन चवरो करे, हवा चवर कर रही है भाई। जाका चवर सब ऊपर झूल है, पवन चवरो करे, तारका मंडल जनक मोती। जाका चवर सब ऊपर झूले, ताका धूप सदा पर फूल है। ਘਟ ਘਟ ਸੰਪਟ ਹੈ ਰੇ ਜਾਂਕਾ। ਸੰਪਟ ਕਹਿੰਦੇ ਆ ਉਹ ਡੱਬੀ ਜਿਹਦੇ ਵਿੱਚ ਜਿਹੜਾ ਮਖਮਲ ਦੀ ਜਿਹਦੇ ਵਿੱਚ ਜਿਹੜਾ ਹੈਗਾ ਸਾਲੀਗ੍ਰਾਮ ਨੂੰ ਨਲਾ ਧੁਲਾ ਕੇ ਪੂਜਾ ਕਰਕੇ ਵਾਪਸ ਜਿਹੜਾ ਹੈਗਾ ਚੰਦਨ ਕੁੰਕੁਮ ਲਾ ਕੇ ਜਿਹੜਾ ਰੱਖ ਦਿੰਦੇ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਸੰਪਟ ਜਿਹੜਾ ਹੈ ਉਹ ਤਾਂ ਹਰੇਕ ਘਟ ਘਟ ਦੇ ਵਿੱਚ ਆ। ਮਾਲਕ ਪਰਮਾਤਮਾ ਦਾ ਹਰੇਕ ਦਾ ਹਿਰਦਾ ਉੱਥੇ ਵਸ ਰਿਹਾ। ਉਹ ਮਾਲਕ ਪਰਮਾਤਮਾ ਗੁਪਤ ਹੈਗਾ, ਉਹ ਪ੍ਰਗਟ ਹੋ ਜਾਂਦਾ ਹੈ, ਸੰਪਟ ਖੁੱਲ ਜਾਂਦਾ ਹੈ। ਘਟ ਘਟ ਸੰਪਟ ਹੈ ਰੇ ਜਾਖਾ, ਅਭਗ ਸਭਾ ਸੰਗ ਹੈ ਸਾਧਾ। ਉਹਦੀ ਉਹ ਅਭਾਗਿਆ ਉਹਦੀ ਸਾਧ ਸੰਗਤ ਜਿਹੜੀ ਸਭਾ ਹੈਗੀ ਉਹਦੀ ਸਾਧਾਂ ਦੀ ਸਭਾ, ਸਾਧ ਸੰਗਤ। ਸੰਗ ਹੈ ਸਾਧਾਂ, ਸਾਧ ਸੰਗਤ। ਅਭਗ ਕਹਿੰਦੇ ਉਹ ਖੰਡਿਤ ਨਹੀਂ ਹੁੰਦੀ, ਅਭਾਗਿਆ ਉਹ ਅਭਗ ਸਭਾ ਸੰਗ ਹੈ ਸਾਧਾਂ। ਆਰਤੀ ਕੀਰਤਨ ਸਦਾ ਆਨੰਦ, ਉਹਦੀ ਆਰਤੀ ਤਾਂ ਪਾਏ ਕੀਰਤਨ ਹਮੇਸ਼ਾ ਹੀ ਹੋ ਰਹੀ ਹੈ, ਹਮੇਸ਼ਾ ਹੀ ਆਨੰਦ ਹੈ ਉਹਦੀ ਆਰਤੀ ਔਰ ਕੀਰਤਨ ਦੇ ਨਾਲ। ਉਹਦੀ ਆਰਤੀ ਕੀ ਹੈਗੀ? ਉਹਦੀ ਆਰਤੀ ਹੈ ਭਾਈ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਧਿਆਨ ਸਿਮਰਨ। ਆਰਤੀ ਕੀਰਤਨ, ਆਹੀ ਕੀਰਤਨ, ਇਹੀ ਉਹਦੀ ਆਰਤੀ ਹੈ। ਸਦਾ ਆਨੰਦ, ਹਮੇਸ਼ਾ ਹੀ ਖੇੜੇ ਦੇ ਵਿੱਚ ਰਹਿੰਦਾ, ਆਨੰਦ ਦੇ ਵਿੱਚ ਰਹਿੰਦਾ ਜਿਹੜਾ ਵੀ ਆ ਕੀਰਤਨ ਕਰਦਾ, ਜਿਹੜੀ ਆਰਤੀ ਕਰਦਾ। ਮਹਿਮਾ ਸੁੰਦਰ ਸਦਾ ਬੇਅੰਤ, ਉਸ ਮਾਲਕ ਪਰਮਾਤਮਾ ਦੀ ਜਿਹੜਾ ਮਹਿਮਾ ਕਰਦਾ ਹੈ ਉਹ ਸੁੰਦਰ ਦੀ, ਹਮੇਸ਼ਾ ਜਿਹੜਾ ਹੈਗਾ ਉਹ ਬੇਅੰਤਾ ਦੀ। ਜਿਸੈ ਪ੍ਰਾਪਤ ਤਿਸ ਹੀ ਲਹਿਣਾ। ਆਹ ਚੀਜ਼ ਜਿਹੜੀ ਹੈਗੀ ਭਾਈ, ਆਹ ਸਾਲੀਗ੍ਰਾਮ ਉਹਨੂੰ ਮਿਲਦਾ ਹੈ ਭਾਈ ਜਿਹਨੇ ਲੈਣਾ ਹੈ ਭਾਈ, ਜਿਹਨੇ ਡਿਮਾਂਡ ਕੀਤੀ ਹੈ, ਜਿਹਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਅੱਗੇ ਪੁਕਾਰ ਕੀਤੀ ਹੈ ਵੀ ਮੈਨੂੰ ਬਾਪੂ ਤੂੰ ਚਾਹੀਦਾ ਹੈ, ਮੈਨੂੰ ਆ ਨਹੀਂ ਖਿਡੌਣੇ ਚਾਹੀਦੇ, ਮੈਨੂੰ ਤੂੰ ਚਾਹੀਦਾ ਹੈ, ਹੇ ਮਾਂ ਮੈਨੂੰ ਤੂੰ ਚਾਹੀਦੀ ਆ। ਜਿਸੇ ਪ੍ਰਾਪਤ ਤਿਸੀ ਲੈਣਾ, ਬਸ ਉਹਨੂੰ ਹੀ ਮਿਲਦਾ ਹੈ ਭਾਈ। ਕਿਵੇਂ ਮਿਲਦਾ ਹੈ? ਸੰਤ ਚਰਨ ਉਹ ਆਇਓ ਸਰਣਾ। ਆ ਗਿਆ ਉਹ ਸਾਧ ਸੰਗਤ ਦੇ ਵਿੱਚ, ਸੰਤਾਂ ਦੇ ਚਰਨਾਂ ਦੇ ਵਿੱਚ, ਸੰਤਾਂ ਦੀ ਸ਼ਰਨ ਦੇ ਵਿੱਚ ਆ ਗਿਆ ਜਿਹਨੇ ਲੈਣਾ ਹੈ ਭਾਈ। ਹੱਥ ਚੜਿਓ ਹਰ ਸਾਲੀਗ੍ਰਾਮ, ਉਹਦੇ ਹੱਥ ਦੇ ਵਿੱਚ ਆ ਸਾਲੀਗ੍ਰਾਮ ਚੜ ਜਾਂਦਾ ਹੈ ਭਾਈ, ਮਿਲ ਜਾਂਦਾ ਉਹਨੂੰ। ਉਹ ਮਾਲਕ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਂਦਾ, ਲਾਈਵ ਮਾਲਕ ਪਰਮਾਤਮਾ ਦੀ ਭਗਤੀ। ਹਾਥ ਚੜਿਓ ਰੂਪ ਨਾ ਰੇਖ ਨਾ ਰੰਗ ਕਿਸ, ਤ੍ਰੈ ਗੁਣ ਤੇ ਪ੍ਰਭ ਭਿੰਨ।
तिसे पुजाए नानका जी सोवे सुप्रसन्न, आया सालिग्राम। हाथ चढ़ियो हर सालिग्राम, कहो नानक गुर कीनो दान। गुरु ने ਜਿਹੜਾ ਹੈਗਾ ਬ੍ਰਹਮ ਗਿਆਨੀਆਂ ਨੇ ਇਹ ਦਾਨ ਸਾਧ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ ਇਹ ਦਾਨ ਦਿੰਦਾ ਹੈ ਭਾਈ ਗੁਰੂ। ਜਿਹੜਾ ਲੈਣਾ ਚਾਹੁੰਦਾ ਹੈ, ਜਿਹਦੇ ਅੰਦਰ ਇੱਛਾ ਹੁੰਦੀ ਹੈ, ਜਿਹੜਾ ਚਾਹੁੰਦਾ ਹੈ ਵੀ ਮਾਲਕਾ ਮੈਨੂੰ ਤੂੰ ਚਾਹੀਦਾ ਹੈ। ਆਸਾ ਮਹੱਲਾ ਪੰਜਵਾਂ, ਪੰਚਪਦਾ। ਜਿਹ ਪੈਂਡੇ ਲੂਟੀ ਪਨਿਹਾਰੀ। ਪਨਿਹਾਰੀ ਕਹਿੰਦੇ ਆ ਪਾਣੀ ਭਰਨ ਵਾਲੀ। ਔਰ ਪੈਂਡਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਆਪਾਂ ਆਏ ਹਾਂ, ਇਹ ਪੈਂਡੇ ਦੇ ਉੱਤੇ ਆਏ ਹਾਂ ਆਪਾਂ। ਅਤੇ ਆਪਾਂ ਨੂੰ ਲੁੱਟਣ ਵਾਲੇ ਕੌਣ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਦਾ ਆਪਾਂ ਪਾਣੀ ਭਰਦੇ ਹਾਂ। ਇਹੀ ਪਦਾਰਥ, ਇਹੀ ਭੋਗ ਵਿਲਾਸ, ਇਹੀ ਚੋਗਾ ਖਿਲ ਰਿਹਾ ਹੋਇਆ ਚੋਗਾ ਆਪਾਂ ਚਾਹੁੰਦੇ ਹਾਂ। ਅਤੇ ਆਪਾਂ ਨੂੰ ਜਿਹੜੇ ਕੀ ਕਰਦੇ ਆ? ਇਹ ਲੁੱਟ ਲੈਂਦੇ ਆ ਆਪਾਂ ਨੂੰ। ਆਪਣੇ ਸਵਾਸ ਇਹ ਲੈ ਲੈਂਦੇ ਸਾਰਾ। ਜਿਹੜੀ ਆਪਾਂ ਨੇ ਜਿਸ ਕੰਮ ਵਾਸਤੇ ਜਿਹੜਾ ਧਿਆਨ ਸਿਮਰਨ ਪਰਮਾਤਮਾ ਦੇ ਨਾਲ ਪਿਆਰ ਪਾਉਣ ਵਾਸਤੇ ਮਾਲਕ ਦੀ ਭਗਤੀ ਕਰਨੀ ਸੀਗੀ, ਪ੍ਰੇਮਾ ਭਗਤੀ ਕਰਨੀ ਸੀਗੀ, ਉਹ ਨਹੀਂ ਕਰ ਪਾਉਂਦੇ, ਉਹ ਲੁੱਟ ਲਈਦੇ ਆ ਆਪਣਾ ਜਿਹੜਾ ਸਵਾਸਾਂ ਦਾ ਧਨ। ਇਹ ਸਵਾਸ ਲੈ ਕੇ ਆਪਾਂ ਆਏ ਹਾਂ ਦੁਨੀਆ ਦੇ ਵਿੱਚ। ਬਿਜ਼ਨਸ ਕਰਨਾ ਹੈ, ਨਾਮ ਦਾ ਬਿਜ਼ਨਸ ਕਰਨਾ ਹੈ। ਨਾਮ ਦਾ ਬਿਜ਼ਨਸ ਕਰਨ ਨਹੀਂ ਦਿੰਦੇ ਭਾਈ। ਇਸ ਤਰੀਕੇ ਦੇ ਨਾਲ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਬਿਜ਼ਨਸ ਆਪਾਂ ਕਰਦੇ ਹਾਂ ਔਰ ਲੁੱਟੇ ਜਾਂਦੇ ਹਾਂ। ਪਨਿਹਾਰੀ ਕਹਿੰਦੇ ਆਪਾਂ ਜੀਵ ਇਸਤਰੀ ਭਾਈ। ਜੇ ਪੈਂਡੇ ਲੂਟੀ ਪਨਿਹਾਰੀ, ਸੋ ਮਾਰਗ ਸੰਤਨ ਦੁਰਾਰੀ। ਕਹਿੰਦੇ ਸੰਤ ਜਿਹੜੇ ਅਭਿਆਸੀ ਜਿਹੜੇ ਹੈਗੇ, ਸਾਧੂ ਜਿਹੜੇ ਹੈਗੇ, ਭਗਤੀ ਕਰਨ ਵਾਲੇ ਜਿਹੜੇ ਹੈਗੇ, ਨਾਮ ਅਭਿਆਸੀ ਜਿਹੜੇ ਹੈਗੇ, ਉਹਨਾਂ ਤੋਂ ਮਾਰਗ ਦੂਰ ਰਹਿੰਦਾ ਭਾਈ। ਨਹੀਂ ਉਹ ਲੁੱਟਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਦਾਰਥ ਚੋਗਾ ਜਿਹੜਾ ਹੈਗਾ ਪਿਆ ਦੁਨੀਆ ਦੇ ਵਿੱਚ, ਸਾਰਾ ਕੁਛ ਪਿਆ ਆ। ਉਹਨਾਂ ਕੀ ਲੈਣਗੇ ਜਿੰਨੀ ਦੀ ਡਿਮਾਂਡ ਆ, ਜਿੰਨਾ ਕੁ ਜਿਹੜਾ ਹੈਗਾ ਇਸ ਗੱਡੀ ਸਰੀਰ ਨੂੰ ਚਲਾਉਣ ਵਾਸਤੇ ਜ਼ਰੂਰਤ ਆ। ਜਿਹ ਪੈਂਡੇ ਲੂਟੀ ਪਨਿਹਾਰੀ, ਸੋ ਮਾਰਗ ਸੰਤਨ ਦੁਰਾਰੀ। ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੀ ਬੀਤੀ। ਜਮ ਕਾ ਮਾਰਗ ਦੂਰ ਰਿਹਾ ਰਹਾਓ। ਵਾਹ ਬਈ ਵਾਹ, ਮੇਰੇ ਗੁਰੂ ਨੇ ਸੱਚ ਕਿਹਾ ਸੀ, ਮੈਂ ਪ੍ਰੈਕਟੀਕਲ ਕੀਤਾ। ਸਤਿਗੁਰ ਪੂਰੇ ਸਾਚ ਕਿਹਾ। ਸਤਿਗੁਰੂ ਨੇ ਪੂਰੇ ਸਤਿਗੁਰੂ ਨੇ ਸੱਚ ਕਿਹਾ ਸੀ ਭਾਈ। ਪ੍ਰੈਕਟੀਕਲ ਕਰਕੇ ਦੇਖਿਆ, ਨਾਮ ਅਭਿਆਸ ਕਰਕੇ ਦੇਖ ਲਿਆ, ਮੁਕਤ ਹੋ ਗਿਆ ਮੈਂ ਵਿਚਾਰਾਂ ਤੋਂ। ਐਸੀ ਸੋਹਣੀ ਜਿਹੜੀ ਹੈਗੀ ਬੀਥੀ ਮਿਲ ਗਈ ਮੈਨੂੰ, ਰਸਤਾ ਮਿਲ ਗਿਆ ਮੈਨੂੰ। ਔਰ ਜਮ ਦਾ ਮਾਰਗ ਜਿਹੜਾ ਹੈਗਾ ਏ, ਉਹ ਪੈਂਡਾ ਜਿਹੜਾ ਜਿਹੇ ਪੈਂਡੇ ਲੂਟੀ ਪਨਿਹਾਰੀ, ਇਹ ਮਾਰਗ ਦੂਰ ਰਿਹਾ ਭਾਈ। ਇਸ ਮਾਰਗ ਤੋਂ ਅਪੋਜ਼ਿਟ ਰਸਤੇ 'ਤੇ ਜਿਹੜਾ ਹੈਗਾ, ਪਰਮਾਤਮਾ ਵਾਲੇ ਰਸਤੇ 'ਤੇ, ਲਿਵ ਵਾਲੇ ਰਸਤੇ 'ਤੇ, ਮੁਕਤੀ ਦੇ ਰਸਤੇ 'ਤੇ ਤੁਰ ਪਿਆ। ਰਹਾਓ ਸਤਿਗੁਰ ਪੂਰਾ ਸਾਚ ਕਹਿਆ, ਨਾਮ ਤੇਰੇ ਕੀ ਮੁਕਤੀ ਮੁਕਤੇ ਬੀਤੀ। ਜਮ ਕਾ ਮਾਰਗ ਦੂਰ ਰਿਹਾ ਰਹਾਓ। ਜਿਹ ਲਾਲਚ ਜਾਗਾਤੀ ਘਾਟ। ਲਾਲਚ ਹੁੰਦਾ ਇਨਸਾਨ ਨੂੰ। ਲਾਲਚ ਹੀ ਤਾਂ ਪਾਉਂਦੇ ਆ। ਚੋਗਾ ਖਿਲ ਰਿਹਾ ਹੋਇਆ, ਚੋਗੇ ਦੇ ਵਿੱਚ ਫਸ ਜਾਂਦੇ ਆ ਪੰਛੀ ਜਾ ਕੇ। ਬਸ ਮੱਛੀ ਨੂੰ ਜਿਹੜਾ ਹੈਗਾ ਕੰਡਾ ਫਿਰ ਗਲ 'ਚ ਖਿੱਚ ਲੈਂਦੇ ਆ। ਜਾਗਾਤੀ ਕਹਿੰਦੇ ਟੈਕਸ, ਸਵਾਸ ਲੈ ਜਾਂਦੇ ਆ ਸਾਰੇ ਦੇ ਸਾਰੇ। ਜਿਹੜੇ ਨਾਮ ਧਨ ਵਿਆਜਣਾ ਸੀ ਉਹਦੀ ਜਗ੍ਹਾ 'ਤੇ ਕਾਮ ਧਨ, ਕ੍ਰੋਧ ਧਨ, ਲੋਭ ਧਨ, ਇਹ ਧਨ ਵਿਆਜਦੇ ਆ ਆਪਾਂ। ਇਹਦੇ 'ਚ ਜਿਹੜਾ ਹੈ ਘਾਟਾ ਹੀ ਘਾਟਾ ਹੈ ਭਾਈ। ਇਹਨਾਂ ਨੇ ਜਿਹੜਾ ਹੈਗਾ ਆਤਮਿਕ ਜਿਹੜਾ ਹੈਗਾ ਚੜ੍ਹਾਈ ਜਿਹੜੀ ਹੈਗੀ ਉਸ 'ਤੇ ਬਿਲਕੁਲ ਹੀ ਨਹੀਂ ਹੋਣ ਦਿੱਤੀ। ਆਤਮਿਕ ਦੌਲਤ ਜਿਹੜੀ ਹੈਗੀ, ਨਾਮ ਵਾਲੀ ਦੌਲਤ ਨਹੀਂ ਲੈਣ ਦਿੱਤੀ ਭਾਈ। ਟੈਕਸ ਦੇ ਨਾਲ ਹੀ ਜਿਹੜਾ ਹੈਗਾ ਜਗਾਤ ਹੀ ਲੈ ਕੇ ਜਿਹੜਾ ਹੈਗਾ ਪੂੰਜੀ, ਸਵਾਸਾਂ ਦੀ ਪੂੰਜੀ ਖਤਮ ਕਰ ਦਿੱਤੀ ਇਸ ਲਾਲਚ ਦੇ ਵਿੱਚ। ਜਿਹੇ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਕਹਿੰਦੇ ਉਹ ਰਸਤਾ, ਉਹ ਜਨ, ਉਹ ਰਸਤਾ, ਉਹ ਬਾਟ ਜਿਹੜੀ ਹੈਗੀ ਆ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਾਟ ਜਿਹੜੀ ਹੈਗੀ ਆ, ਉਹ ਮਾਇਆ ਦੀ। ਕਹਿੰਦੇ ਉਹ ਦੂਰ ਹੈ ਜਨ ਤੋਂ। ਅਭਿਆਸੀ ਜਿਹੜੇ ਨਹੀਂ ਜਾਂਦੇ ਉਸ ਰਸਤੇ 'ਤੇ। ਜਹ ਆਵਟੇ ਬਹੁਤ ਘਨ ਸਾਥ। ਇਹ ਜਿਹੜਾ ਹੈ ਨਾ, ਇਹ ਸ਼ਬਦ ਜਿਹੜਾ ਹੈਗਾ ਇਹਦੇ ਵਿੱਚ ਕੰਪੈਰੀਜ਼ਨ ਹੋ ਰਿਹਾ ਹੈ। ਇੱਕ ਵਾਰੀ ਜਿਹੜਾ ਹੈਗਾ ਮਾਇਆ ਵਾਲੇ ਰਸਤੇ ਦੀ ਗੱਲ ਕਰਦੇ ਆ, ਦੂਜੀ ਵਾਰੀ ਜਿਹੜਾ ਹੈਗਾ ਲਿਵ ਵਾਲੇ ਰਸਤੇ ਦੀ ਗੱਲ ਕਰਦੇ ਆ। ਜਹ ਲਾਲਚ ਜਾਗਾਤੀ ਕਾਟ, ਫਿਰ ਉਸ ਤੋਂ ਦੂਰ ਰਹੀ ਉਹ ਜਨ ਤੇ ਬਾਟ, ਜਨ ਦੀ ਗੱਲ ਹੋ ਗਈ। ਫਿਰ ਆਵਟੇ, ਜਹ ਆਵਟੇ ਬਹੁਤ ਘਨ ਸਾਥ। ਕਹਿੰਦੇ ਜਿੱਥੇ ਆਵਟੇ, ਕਹਿੰਦੇ ਆਵਟਣ ਕਹਿੰਦੇ ਆ ਉਬਲਣ ਨੂੰ।
ਜਿਹ ਆਵਟੇ ਬਹੁਤ ਕੰਨ ਸਾਧ। ਕਹਿੰਦੇ ਜਿੱਥੇ ਇੰਨੇ ਘਣੇ ਲੋਕੀ ਜਿਹੜੇ ਸਾਰੀ ਲੁਕਾਈ ਜਿਹੜੀ ਹੈਗੀ ਇਹ ਮਾਇਆ ਦੇ ਰਸਤੇ ਦੇ ਉੱਤੇ ਜਿਹੜਾ ਹੈਗਾ ਉਬਲੀ ਜਾ ਰਹੀ ਹੈ। ਇਹਨਾਂ ਦੇ ਵਿੱਚ ਕਾਮ ਕ੍ਰੋਧ ਲੋਭ ਮੋਹਕਾਰ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਜਿਹੜਾ ਹੈਗਾ ਉਬਲ ਰਹੇ ਆ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਇਹਦੇ ਵਿੱਚ ਉਬਲ ਕੇ ਇੱਥੇ ਹੀ ਜਿਹੜਾ ਹੈਗਾ ਸੰਸਾਰ ਸਮੁੰਦਰ ਦੇ ਵਿੱਚ ਹੀ ਜਿਹੜੇ ਹੈਗੇ ਰਹਿੰਦੇ ਆ। ਇਹਦੇ 'ਚ ਹੀ ਜੂਨਾਂ ਦੇ ਵਿੱਚ ਚਲੇ ਜਾਂਦੇ ਆ। ਜਹ ਆਵਟੇ ਬਹੁਤ ਕੰਨ ਸਾਧ ਪਾਰ ਬ੍ਰਹਮ ਕੇ ਸੰਗੀ ਸਾਧ। ਔਰ ਸਾਧੂ ਸਾਧਨਾ ਕਰਨ ਵਾਲੇ ਕੀ ਆ ਉਹ ਬਚੇ ਰਹਿੰਦੇ ਆ। ਉਹ ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਦੇ ਜਿਹੜੇ ਹੈਗੇ ਸੰਗੀ ਹੋ ਗਏ, ਸਾਧੂ ਦੇ ਸੰਗੀ ਹੈਗੇ, ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਕਰਦੇ ਆ ਉਹ ਸਾਧ ਲੋਕੀ। ਚਿੱਤਰਗੁਪਤ ਸਭ ਲਿਖਤੇ ਲੇਖਾ। ਔਰ ਜਿਹੜੇ ਆਵਟੇ ਜਿਹੜੇ ਮਾਇਆ ਦੇ ਵਿੱਚ ਗਲਤਾਨ ਹੁੰਦੇ ਉਹਨਾਂ ਦਾ ਸਾਰਾ ਜਿਹੜਾ ਹੈ ਜੀਵਨ ਚਰਿਆ ਜਿਹੜੀ ਹੈਗੀ ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਆਏ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਉਹਨਾਂ ਦਾ ਜਿਹੜਾ ਹੈਗਾ ਇਹ ਚਿੱਤਰਗੁਪਤ ਜਿਹੜੇ ਹੈਗੇ ਆ ਆਪਣੇ ਅੰਦਰ ਹੀ ਬੈਠੇ ਆ ਜਿਹੜੇ ਇਹ ਸਾਰਾ ਦਾ ਸਾਰਾ ਲੇਖਾ ਲਿਖਦੇ ਆ ਭਾਈ। ਜੋ ਕੁਛ ਵੀ ਆਪਾਂ ਜਿੰਨੇ ਵੀ ਸਵਾਸ ਜਿੰਨੀ ਵੀ ਉਮਰ ਦਿੱਤੀ ਆ ਉਹਦੇ ਵਿੱਚ ਜੋ ਕੁਛ ਕੀਤਾ ਹੈ ਆਪਾਂ ਨੇ ਉਹਦਾ ਲੇਖਾ ਲਿਖਿਆ। ਕਿਉਂਕਿ ਇਹਨਾਂ ਨੇ ਅੱਗੇ ਆਪਾਂ ਨੂੰ ਜਿਹੜਾ ਨੈਕਸਟ ਸਾਈਕਲ ਨੈਕਸਟ ਬਰਥ ਦੇਣੀ ਹੈ। ਮਰਨ ਵਾਲੇ ਆਪਾਂ ਹੈ ਨਹੀਂ ਗੇ। ਚਿੱਤਰਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਭਗਤੀ ਕਰਨ ਵਾਲੇ ਹੁੰਦੇ ਆ ਅਭਿਆਸੀ ਹੁੰਦੇ ਆ ਉਹਨਾਂ ਦੇ ਵੱਲ ਭਾਈ ਉਹ ਅੱਖ ਚੱਕ ਕੇ ਵੀ ਨਹੀਂ ਦੇਖ ਸਕਦੇ। ਉਹਨਾਂ ਦਾ ਲੇਖਾ ਕੀ ਲਿਖਣਾ ਅੱਖ ਚੱਕ ਕੇ ਹੀ ਨਹੀਂ ਦੇਖ ਸਕਦੇ ਭਾਈ। ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਇਹ ਮਾਲਕ ਪਰਮਾਤਮਾ ਦਾ ਕਾਨੂੰਨ ਹੈ ਭਾਈ ਜਿਹਦੇ ਅੰਡਰ ਜਿਹੜੇ ਹੈਗੇ ਮਾਇਆ ਚਿੱਤਰਗੁਪਤ ਦੇ ਸਾਰੇ ਧਰਮਰਾਜ ਉਹਦੇ ਅੰਡਰ ਹੈਗੇ। ਕਹੋ ਨਾਨਕ ਜਿਸ ਸਤਿਗੁਰ ਪੂਰਾ। ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਕੇ ਅਨਹਤੂਰਾ। ਕਹਿੰਦੇ ਜਿਹਨੇ ਪੂਰੇ ਸਤਿਗੁਰੂ ਦੇ ਨਾਲ ਪੂਰੇ ਗੁਰੂ ਦੇ ਨਾਲ ਪੂਰੇ ਬ੍ਰਹਮ ਗਿਆਨੀਆਂ ਦੇ ਨਾਲ ਜਿਹੜਾ ਲੱਗਿਆ ਹੋਇਆ ਜਿਹਨੇ ਪੂਰੇ ਗੁਰੂ ਦੀ ਸ਼ਰਨ ਲਈ ਆ ਕਹਿੰਦੇ ਉਹਦੇ ਅੰਦਰ ਤਾਂ ਜਿਹੜੇ ਹੈਗੇ ਆ ਉਹ ਅਨਹਦ ਨਾਦ ਅਨਹਦ ਤੂਰੇ ਉਹਦੇ ਅੰਦਰ ਵੱਜਦੇ ਆ ਭਾਈ। ਉਹਦੇ ਅੰਦਰ ਤਾਂ ਜੋਤ ਪ੍ਰਕਾਸ਼ ਹੋ ਜਾਂਦਾ। ਉਹਦੀ ਸੁਰਤ ਜਿਹੜੀ ਹੈਗੀ ਆਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਵਾਜੇ ਤਾਂ ਕਿ ਅਨਹਦ ਤੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ। ਜਿਹਦਾ ਪੂਰਾ ਸਤਿਗੁਰੂ ਹੈ ਪੂਰੇ ਸਤਿਗੁਰੂ ਦਾ ਗਿਆਨ ਹੈ ਜਿਹੜਾ ਧਿਆਨ ਸਿਮਰਨ ਕਰਦਾ ਹੈ ਜਿਹੜਾ ਆਪਣੇ ਵਿਚਾਰ ਬੰਦ ਕਰਦਾ ਹੈ ਜਦ ਸੁਰਤ ਸਿਮਰਤ ਦੋਏ ਕੰਨੀ ਮੁੰਦਰਾ ਪਰਮਿਤ ਬਾਹਰ ਖਿੰਥਾ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਜਿਹੜਾ ਸੁੰਨ ਗੁਫਾ ਦੇ ਵਿੱਚ ਆਸਣ ਲਾਉਂਦਾ ਉਹਦੇ ਅੰਦਰ ਜਿਹੜਾ ਕਿਉਂਕਿ ਆਪਣੇ ਅੰਦਰ ਮਾਇਆ ਦੇ ਵਾਜੇ ਵੱਜ ਰਹੇ ਆ ਔਰ ਜਦ ਸੁੰਨ ਦੇ ਵਿੱਚ ਆਪਾਂ ਜਿਹੜੇ ਵਿਚਾਰਾਂ 'ਤੇ ਕਾਬੂ ਕੀਤਾ ਤੇ ਆਟੋਮੈਟਿਕਲੀ ਜਿਹੜੇ ਹੈਗੇ ਇਹ ਅਨਹਦ ਤੂਰ ਵੱਜਣ ਲੱਗ ਜਾਣੇ। ਆ ਜੀ 91 ਹੋ ਗਏ 40 ਲੜੀ ਦੇ ਹੋ ਗਏ 3 ਹੋਰ ਹੈਗੇ ਆ 43। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।